देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। मैं जी आया आपका। थैंक यू, शुक्रिया जी। अफसरशाही की ब्यूरोक्रेसी की जांच करनी सौखी नहीं होंदी, बड़ियां प्रवानगियां लैनियां पैंदियां और इह झमेले सालां तक लटकते रहिंदे आ। अज सुप्रीम कोर्ट दे विच मामला आउंदा, अफसरशाही दे नक च दम हो सकदा कि नहीं, हुण प्रवानगियां दी लोड़ नहीं पएगी। मामला की आ, तुहाडे नाल सांझ पाउने आ। उधर पत्रकारिता के नज़रिए तो एक राहत मिलती आ, लिखण की आज़ादी, बोलण की आज़ादी। इस मामले नाल जुड़िया मामला हुणे हुणे एक खबर फ्लैश हो रही है कि श्रोमणी अकाली दल के दो वड्डे आगू अस्तीफा दे जाते हैं। ये सवाल काफ़ी अहम आ कि अस्तीफा क्यों दिता गया और इस अस्तीफे नाल पार्टी सफा दे विच किते बेचैनी जिहड़ी है उन्होंने राह तां नहीं मिल जाऊगा। कोई होर आगू भी जिहड़े द्वंद विच ने, दुविधा च ने, उन्हां लई इस तरह का एक रस्ता तां नहीं बन जाऊगा। ये सवाल भी काफ़ी अहम आ। अगला मामला, एक बारी फिर सरकार पिछलखुरी मुड़ी आ। परविंदर झोटे नूं लैके सरकार ने केस वापस लै लए, अदालत विच उह सारे मामले निपटाते गए, उहदी रिहाई दा राह पद्धरा हो गया। लेकिन सवाल इस गल दा है कि सरकार बार बार गलतियां क्यों कर रही है। आखिर दे विच जावांगे, साडे देश दे विच G20 दी सफलता दी धूम आ, लेकिन अमेरिकन सदर देश तो बाहर जाके प्रेस कॉन्फ्रेंस क्यों करदे आ? जिहड़े वो मुद्दे उठा रहे अत अहम ने कि इत्थे प्रेस कॉन्फ्रेंस की बजाय जदों बाहर जाके वो प्रेस कॉन्फ्रेंस करदे आ, इहदे अर्थ की लईए? कनेडा के प्रधानमंत्री नाल देश के प्रधानमंत्री मोदी की गलबात की होंदी है, किहड़े मुद्दे डिस्कस होंदे आ, ये भी बहुत सवाल घूम रहा। इन्हां सारे मामलों ते जाने आ। सब तो पहला सरदार हमीर सिंह जी तो पुछदे आ कि सुप्रीम कोर्ट दे विच अज की हुंदा, ब्यूरोक्रेसी नूं लैके, CBI नूं लैके, इस मामले ते अगे वधदे आ। सुप्रीम कोर्ट दे विच हीयरिंग सीगी अज जस्टिस संजय किशन कौल की अगवाई दे विच जिहड़ा बेंच बनया होया सी, उहदे च जिहड़ा दिल्ली पुलिस, दिल्ली स्पैशल पुलिस एस्टैबलिशमेंट एक्ट 1946 है, ਉਹਦੇ ਤੇ ਨਾਲ ਸੰਬੰਧਿਤ ਕੇਸ ਸੀਗਾ ਕਿ ਉਹਦੀ ਸੈਕਸ਼ਨ 6A ਹੈ। 6A ਦੇ ਵਿੱਚ ਇਹ ਸੀਗਾ ਜਿਹਦੇ ਤਹਿਤ CBI ਜਾਂਚ ਕਰਦੀ ਹੈ ਓਵਰਆਲ ਸਾਰੇ ਮਾਮਲਿਆਂ ਦੇ ਵਿੱਚ। ਉਹਦੇ 'ਚ ਇਹ ਸੀ ਕਿ ਜੁਆਇੰਟ ਸੈਕਟਰੀ ਤੋਂ ਲੈ ਕੇ ਉੱਪਰ ਦੇ ਅਧਿਕਾਰੀ, ਮਤਲਬ IAS ਅਧਿਕਾਰੀ ਜਿਹੜੇ ਸੀਨੀਅਰ ਆਦੀ IAS ਅਧਿਕਾਰੀ ਬਣ ਜਾਂਦੇ ਨੇ ਨਾਰਮਲੀ, ਉਹਨਾਂ ਦੇ ਖਿਲਾਫ ਕੋਈ ਵੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਹਾਇਰ ਅਥਾਰਟੀ ਤੋਂ ਪਰਮਿਸ਼ਨ ਲੈਣੀ ਲਾਜ਼ਮੀ ਸੀ। ਇਹ ਮਾਮਲਾ 2014 ਚ ਵੀ ਸੁਪਰੀਮ ਕੋਰਟ ਕੋਲ ਗਿਆ ਸੀ। 2014 ਸੁਪਰੀਮ ਕੋਰਟ ਨੇ ਇਹਨੂੰ ਵਾਜਬ ਮੰਨਿਆ ਸੀ, ਜਿਹੜਾ ਉਦੋਂ ਦਾ ਜੱਜਮੈਂਟ ਸੀ ਕਿ ਹਾਂ ਠੀਕ ਹੈ ਜੀ, ਇਹਨੂੰ ਮਤਲਬ 6A ਜ਼ਰੂਰੀ ਹੈ ਅਫਸਰਾਂ ਦੀ ਪ੍ਰੋਟੈਕਸ਼ਨ ਦੇ ਬਾਅਦ। ਸੁਪਰੀਮ ਕੋਰਟ ਨੇ ਹੁਣ ਆਪਣਾ ਹੀ ਫੈਸਲਾ ਇੱਕ ਤਾਂ ਰੱਦ ਕੀਤਾ ਵੱਡੇ ਬੈਂਚ ਨੇ, ਮਤਲਬ ਪਹਿਲਾਂ ਦੇ ਮੁਕਾਬਲੇ, ਕਿ ਜਿਹੜੀ 6A ਹੈ ਇਹ ਕਨਸਟੀਟਿਊਸ਼ਨ ਦੇ ਕਾਨੂੰਨ ਦੀ ਨਜ਼ਰ 'ਚ ਬਰਾਬਰੀ ਦਾ ਜਿਹੜਾ ਅਧਿਕਾਰ ਹੈ ਉਹਦੀ ਵਾਇਲੇਸ਼ਨ ਹੈ। ਇਸ ਕਰਕੇ ਇਹ ਨਹੀਂ, ਔਰ ਨਾਲ ਇਹਨੂੰ ਲਾਗੂ ਉਹਨਾਂ ਨੇ ਕਿੱਥੋਂ ਕੀਤਾ, ਐ ਨਹੀਂ ਕਿ ਹੁਣ ਕੀਤਾ ਕਿ ਅੱਗੇ ਪ੍ਰੋਸਪੈਕਟਿਵਲੀ ਲਾਗੂ ਹੋਏਗਾ ਅੱਜ ਤੋਂ। ਉਹਨਾਂ ਨੇ ਰੈਟਰੋਸਪੈਕਟਿਵਲੀ ਲਾਗੂ ਕੀਤਾ ਕਿ 2014 ਤੋਂ ਵੀ ਜਿਹੜੇ ਚਾਹੇ ਪੁਰਾਣੇ ਕੇਸ ਨੇ ਉਹਨਾਂ 'ਚ ਵੀ ਇਹਦਾ ਮਤਲਬ ਇਹ ਸ਼ੁਰੂ ਹੋ ਸਕਦੀ ਹੈ। ਇਹ ਇੰਪੋਰਟੈਂਟ ਇਸ ਕਰਕੇ ਉਦੋਂ ਵੀ ਜ਼ਿਆਦਾ ਹੈ ਕਿਉਂਕਿ ਜਿਹੜੇ ਹੁਣ ਪੁਰਾਣੇ ਕੇਸ ਜਿਨ੍ਹਾਂ ਦੀਆਂ ਅਜੇ ਪਰਮਿਸ਼ਨਾਂ ਨਹੀਂ ਮਿਲੀਆਂ, ਪੈਂਡਿੰਗ ਪਏ ਹੋਣਗੇ, ਕਈ ਵਾਰ ਰਿਟਾਇਰ ਵੀ ਹੋ ਗਏ ਬੰਦੇ, ਉਦੋਂ ਬਾਅਦ ਚੱਲਦੇ ਨੇ। ਬੇਸਿਕਲੀ IAS ਅਧਿਕਾਰੀ ਨੇ ਸਾਰੇ ਜਿਹੜੇ ਉਸ ਪੱਧਰ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ CBI ਦੀ ਜਾਂਚ ਦੇ ਮਾਮਲੇ ਨੇ, ਔਰ ਇਟ ਮੀਨਜ ਉਹਨਾਂ ਦੇ ਕੇਸ ਦੁਬਾਰਾ ਹੁਣ CBI ਜਾਂਚ ਅੱਗੇ ਵਧਾ ਸਕਦੀ ਹੈ, ਜਾਂਚ ਕਰ ਸਕਦੀ ਹੈ ਤੇ ਇਸ ਤੋਂ ਬਾਅਦ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਰਹੇਗੀ ਪ੍ਰਾਈਮਾ ਫੇਸੀ ਵੀ, ਜੇ ਉਹਨਾਂ ਨੂੰ ਲੱਗੇ ਕਿ ਹਾਂ ਇਹਦੇ ਮਤਲਬ ਉਹ ਹੋਣਾ ਚਾਹੀਦਾ। ਔਰ ਇਹ ਕਾਫੀ ਬੜਾ ਮਾਮਲਾ ਸੀ। ਕਈ ਵਾਰ ਉਦੋਂ ਬਾਅਦ ਵੀ ਸਾਰੇ ਸਟੇਟਾਂ 'ਚ ਵੀ ਰੌਲੇ ਪੈਂਦੇ ਰਹੇ ਨੇ ਕਿ ਉਦੋਂ ਬਾਅਦ ਨਹੀਂ ਪਰਮਿਸ਼ਨਾਂ ਮਿਲਦੀਆਂ। ਇਹ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਵੀ ਕਿੰਨੇ ਕੇਸ ਅਟਕੇ ਪਏ ਸੀ। ਇਹ ਮਾਮਲਾ ਗਵਰਨਮੈਂਟ ਆਫ ਇੰਡੀਆ ਦੇ ਨਾਲ ਸੰਬੰਧਿਤ ਹੋ ਕੇ ਡਿਸਕਸ 'ਚ ਆਇਆ ਸੀ ਅੱਜ, ਜਿਹੜੇ ਕਲੀਅਰ ਕੱਟ ਇੱਕ ਫੈਸਲਾ ਹੋ ਗਿਆ। ਔਰ ਮੈਨੂੰ ਲੱਗਦਾ ਕਿ ਨਿਆਂ ਦੇ ਖੇਤਰ ਦੇ ਵਿੱਚ ਇਹਦੇ 2-3 ਅਸਰ ਹੋਣਗੇ। ਇੱਕ ਅਸਰ ਤਾਂ ਇਹੀ ਹੈ, ਲੋਕ ਇਹ ਵੀ ਕਹਿੰਦੇ ਨੇ, ਚ ਡਿਬੇਟ ਚੱਲ ਰਹੀ ਹੈ ਕਿ ਜੀ ਫਿਰ ਤਾਂ ਅਫਸਰ ਡਿਮੋਰਲਾਈਜ਼ ਹੋ ਜਾਇਆ ਕਰਨਗੇ, ਜਿਹੜੇ ਵੱਡੇ ਅਫਸਰ ਫਿਰ ਉਹ ਤੇ ਫੈਸਲੇ ਨਹੀਂ ਲਿਆ ਕਰਨਗੇ। ਹੁਣ ਗੱਲ ਇੱਕ ਇਹ ਸਮਝ ਨਹੀਂ ਆਉਂਦੀ, ਜਿਵੇਂ ਸਾਡੇ ਇੱਕ ਨੈਰੇਟਿਵ ਚਲਾ ਦਿੱਤਾ ਜਾਂਦਾ ਨਾ ਵੀ ਜੇ ਪੁਲਿਸ ਨੇ ਜਾਤੀਆਂ ਕੀਤੀਆਂ ਨੇ, ਜੇ ਉਹਦੀ ਜਾਂਚ ਹੋਊਗੀ ਪੁਲਿਸ ਡਿਮੋਰਲਾਈਜ਼ ਹੋ ਜਾਏਗੀ। ਇਹ ਤਾਂ ਕਰਪਸ਼ਨ ਕੇਸ ਨੇ, ਜੇ ਕਰਪਸ਼ਨ ਕੇਸ ਦੇ ਵਿੱਚ ਵੀ ਹੁਣ ਅਫਸਰ ਡਿਮੋਰਲਾਈਜ਼ ਹੋ ਜਾਂਦੇ ਨੇ ਜਾਂਚ ਕਰਨ ਤੋਂ ਨਹੀਂ ਦੇਣਾ, ਇਹ ਤਾਂ ਕੋਈ ਲੌਜਿਕ ਨਹੀਂ ਬਣਦਾ, ਮਤਲਬ ਦਲੀਲ ਨਹੀਂ ਬਣਦੀ ਕਿਸੇ ਮਾਮਲੇ ਦੇ ਵਿੱਚ। ਹਾਂ, ਜੇ ਉਹ ਇਹ ਕਹਿਣਗੇ ਵੀ ਉਹੀ ਕਿਸੇ ਕੰਮ ਕਰਦੇ ਤੇ ਰਸਤੇ ਦੇ ਵਿੱਚ ਰੋੜੇ ਟਕਾਓ, ਅਲੱਗ ਗੱਲ ਹੈ। ਜਾਂਚ ਕੋਈ ਇਹ ਤਾਂ ਨਹੀਂ ਕਹਿੰਦਾ ਕਿ ਤੁਸੀਂ ਸਿੱਧਾ ਕੰਮ ਵੀ ਕਰੋਗੇ ਤਾਂ ਵੀ ਕੋਈ ਨਹੀਂ ਕਰੂ। ਜੇ ਕਰਪਸ਼ਨ ਕੀਤੀ ਹੈ ਜਾਂ ਨਹੀਂ ਕੀਤੀ, ਉਹ ਆਟੋਮੈਟਿਕਲੀ ਕਾਨੂੰਨ ਦੀ ਨਜ਼ਰ 'ਚ ਤੁਸੀਂ ਸਾਫ਼ ਨਜ਼ਰ ਆ ਜਾਓਗੇ। ਇਹਦਾ ਵਿਰੋਧ ਇਸ ਕਰਕੇ ਕਰਨਾ ਕਿ ਇਹਦੇ ਨਾਲ ਬਿਊਰੋਕ੍ਰੇਸੀ ਡਿਮੋਰਲਾਈਜ਼ ਹੋ ਜਾਏਗੀ, ਇਹ ਕੋਈ ਦਲੀਲ ਮੇਰੇ ਖਿਆਲ ਹੈ ਉਸ ਲੈਵਲ ਤੇ ਬਣਦੀ ਨਜ਼ਰ ਨਹੀਂ ਆ ਰਹੀ।
ਤੇ ਦੂਜਾ ਮਾਮਲਾ ਸੁਪਰੀਮ ਕੋਰਟ ਇਹਦੇ ਚ ਇਹਦੇ ਚ ਇਹਦੇ ਚ ਸਰਦਾਰ ਹਮੀਤ ਸਿੰਘ ਜੀ, ਆਪਾਂ ਤਾਂ ਪੰਜਾਬ ਦੇ ਵਿੱਚ ਤਾਂ ਰੋਜ਼ ਸੁਰਖੀ ਬਣਦੀ ਆ ਜਦੋਂ ਧਰਮਸੋਤ ਵਾਲੇ ਮਾਮਲੇ 'ਚ ਕੁਝ ਇੰਡੀਅਨ ਫੋਰੈਸਟ ਸਰਵਿਸਿਜ਼ ਦੇ ਅਧਿਕਾਰੀ ਪੰਗੇ 'ਚ ਆਉਂਦੇ ਆ, ਉਹਨਾਂ ਦੀ ਅਜੇ ਤੱਕ ਪਰਮਿਸ਼ਨ ਨਹੀਂ ਮਿਲੀ ਸੈਂਟਰ ਤੋਂ। ਔਰ ਇਸੇ ਤਰੀਕੇ ਨਾਲ ਸਾਡੇ ਇਰੀਗੇਸ਼ਨ ਸਕੈਮ ਹੋਇਆ ਸੀ ਇੱਥੇ, ਸੋ ਕਾਲਡ ਆਪਾਂ ਕਹਿ ਸਕਦੇ ਹਾਂ, ਅਜੇ ਤੱਕ ਪਤਾ ਹੀ ਨਹੀਂ ਲੱਗਿਆ 1000 ਦਾ ਕਿ 300 ਕਰੋੜ ਦਾ। ਉਹਦੇ ਵਿੱਚ ਅਧਿਕਾਰੀਆਂ ਨੂੰ ਉਹ ਪ੍ਰਵਾਨਗੀ ਵਾਸਤੇ ਸਰਕਾਰ ਨੂੰ ਕਿੰਨਾ ਜ਼ੋਰ ਲੋਕਾਂ ਨੂੰ ਲਾਉਣਾ ਪਿਆ ਮੀਡੀਆ ਦੇ ਵਿੱਚ, ਫਿਰ ਕੋਰਟ 'ਚ ਵੀ ਅਜੇ ਕੇਸ ਆ, ਉਹ ਵੀ ਬੜਾ ਔਖਾ ਮਿਲਿਆ ਸੀ। ਤੇ ਹੁਣ ਵੀ ਫਿਲਹਾਲ ਜੇ ਹੁਣੇ ਸਾਡੇ ਚੀਫ ਸੈਕਟਰੀ ਰਿਟਾਇਰ ਹੋਏ ਵੀ ਕਿ ਜੰਜੂਆ, ਉਹਨਾਂ ਦੇ ਮਾਮਲੇ ਦੇ ਵਿੱਚ ਵੀ ਬੜੀ ਦੇਰ ਤੱਕ ਉਹ ਪ੍ਰਵਾਨਗੀ ਆਈ ਨਹੀਂ, ਕੇਸ ਤੁਰਿਆ ਹੀ ਨਹੀਂ ਅੱਗੇ, ਤੁਹਾਨੂੰ ਯਾਦ ਹੋਣਾ। ਸੋ ਇਸ ਤਰ੍ਹਾਂ ਇੱਥੇ ਮਿਲਦੀਆਂ ਹੀ ਨਹੀਂ। ਤੇ ਮੈਨੂੰ ਲੱਗਦਾ ਇੱਕ ਸਮੁੱਚੇ ਤੌਰ ਤੇ ਵੀ ਫੈਸਲਾ ਹੋ ਜਾਣਾ ਚਾਹੀਦਾ ਕਿ ਜੇ ਕਿਧਰੇ ਕਿਸੇ ਤੇ ਕੋਈ ਦੋਸ਼ ਆਇਆ, ਉਹਦੀ ਜਾਂਚ ਕਰਾਉਣ ਲਈ ਪਹਿਲਾਂ ਪਰਮਿਸ਼ਨ ਲੈਣ ਜਾਓ। ਤੇ ਪਰਮਿਸ਼ਨ ਹੁਣ ਇਹ ਵੀ ਹੈ ਕਿ ਥੱਲੇ ਕਿਹੜੀ ਸਰਕਾਰ ਤੇ ਉੱਤੇ ਕਿਹੜੀ ਸਰਕਾਰ। ਮੈਨੂੰ ਲੱਗਦਾ ਇਹ ਕਾਫੀ ਅਹਿਮ ਮਾਮਲਾ ਅੱਜ ਐਡਰੈਸ ਹੋਇਆ। ਸੀਬੀਆਈ ਅਦਾਲਤਾਂ 'ਚ ਜਾਂਦੀ ਰਹੀ ਹੈ ਇਹਨਾਂ ਮਾਮਲਿਆਂ ਦੇ ਵਿੱਚ ਵੀ, ਪਰਮਿਸ਼ਨ ਦਿਓ, ਅਸੀਂ ਇਹਦੀ ਜਾਂਚ ਕਰਨੀ ਹੈ ਜਾਂ ਬਾਕੀ। ਤੁਸੀਂ ਦੇਖੋ ਕਿ ਜਿਹੜਾ ਰੂਲਸ ਨੇ ਤੇ ਅਨੁਸ਼ਾਸਨ ਮਾਮਲੇ ਦੇ ਵਿੱਚ ਵੀ, ਉਹਦੇ ਵਿੱਚ ਵੀ ਤੁਸੀਂ ਡੀਜੀਪੀ ਤੇ ਚੀਫ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਹੈ ਜਿਹੜਾ ਫੋਰੈਸਟ ਦਾ, ਉਹ ਗਵਰਨਮੈਂਟ ਆਫ ਇੰਡੀਆ ਦੀ ਪਰਮਿਸ਼ਨ ਤੋਂ ਬਿਨਾਂ ਸਟੇਟ ਗਵਰਨਮੈਂਟ ਸਸਪੈਂਸ਼ਨ ਜਾਂ ਕੁਝ ਵੀ ਨਹੀਂ ਕਰ ਸਕਦੀ ਕਿਸੇ ਵੀ ਮਾਮਲੇ ਦੇ ਵਿੱਚ। ਉੱਥੇ ਦੀ ਪਰਮਿਸ਼ਨ ਪਹਿਲਾਂ ਜ਼ਰੂਰੀ ਹੈ ਇਹਨਾਂ ਮਾਮਲਿਆਂ 'ਚ। ਆ ਜਿਵੇਂ ਬਿਊਰੋਕਰੇਟ ਦੀ ਤਾਂ ਕਰਤੀ ਨਾ ਕਿ ਡਾਇਰੈਕਟਰ ਤੇ ਉਹ ਸਸਪੈਂਡ ਤਾਂ ਕਰਤਾ, ਹਾਲਾਂਕਿ ਉਹਦਾ ਵੀ ਇੱਕ ਗੱਲ ਹੈ ਕਿ ਉਹ 30 ਦਿਨ ਦੇ ਅੰਦਰ ਤਾਂ ਆਪੀ ਲੈਪਸ ਹੋ ਜਾਏਗਾ। ਜੇ ਗਵਰਨਮੈਂਟ ਆਫ ਕੁਝ ਵੀ ਨਹੀਂ ਉੱਥੇ ਕਰਦੀ, ਨਾ ਪਰਮਿਸ਼ਨ ਦੇਵੇ ਨਾ ਕਰੇ, ਤਾਂ ਉਹ ਆਰਡਰ ਆਟੋਮੈਟਿਕਲੀ ਖਤਮ ਹੈ ਪੰਜਾਬ ਗਵਰਨਮੈਂਟ ਦਾ ISO ਮਾਮਲੇ 'ਚ ਵੀ। ਇਸ ਕਰਕੇ ਕਿੰਨੇ ਮਾਮਲੇ ਅਲੱਗ-ਅਲੱਗ ਤਰ੍ਹਾਂ ਦੇ ਮਾਮਲੇ ਨੇ। ਹਾਲਾਂਕਿ ਕਰਪਸ਼ਨ ਦਾ ਤਾਂ ਨਹੀਂ ਸੀ ਮਾਮਲਾ, ਆ ਜਿਹੜਾ IAS ਅਫਸਰ ਦਾ ਇਹ ਦੂਜਾ ਮਾਮਲਾ ਸੀ, ਇਹਦੀ ਜਾਂਚ ਕੀਤੇ ਤੋਂ ਬਿਨਾਂ ਹੀ ਸਸਪੈਂਡ ਕਰ ਦੋ, ਬਾਕੀ ਉਹ ਤਾਂ ਇੱਕ ਅਲੱਗ ਮਾਮਲਾ ਹੈ। ਪਰ ਜਿਹੜਾ ਦੂਜਾ ਮਾਮਲਾ ਗਵਰਨਮੈਂਟ ਆਫ ਇੰਡੀਆ ਜੇ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਹੋਵੇ, ਉਹ ਤੇ ਕਰਪਸ਼ਨ ਦਾ ਚਾਰਜ ਵੀ ਹੋਵੇ, DGP ਤੇ ਵੀ ਹੋਵੇ, ਜੇ ਤੁਸੀਂ ਨਹੀਂ ਕਰ ਸਕਦੇ ਉੱਤੋਂ ਪਰਮਿਸ਼ਨ ਆਉਣੀ ਹੈ, ਤਾਂ ਪਰਮਿਸ਼ਨਾਂ ਤਾਂ ਬੜਾ ਟੇਢਾ ਕੰਮ ਹੁੰਦਾ ਹੈ। ਗਵਰਨਮੈਂਟਾਂ ਸਗੋਂ ਵਰਤਦੀਆਂ ਨੇ ਸਗੋਂ ਇਹੋ ਜਿਹੇ ਅਧਿਕਾਰੀਆਂ ਨੂੰ ਫਿਰ ਉਸ ਢੰਗ ਦੇ ਨਾਲ ਵੀ ਦੇਖੋ ਨਹੀਂ ਤਾਂ ਪਰਮਿਸ਼ਨ ਦੇ ਦਾਂਗੇ, ਨਹੀਂ ਆਹ ਮਾਮਲਾ ਪਿਆ। ਇਹ ਵੀ ਤਾਂ ਕਈ ਮਾਮਲੇ ਉਲਟੇ ਪਾਸੇ ਵੀ ਤਾਂ ਹੋ ਜਾਂਦੇ ਨੇ, ਫਿਰ ਗਵਰਨਮੈਂਟਾਂ ਮਨਮਾਨੇ ਕੰਮ ਕਰਾਉਂਦੀਆਂ ਨੇ ਆਪਣੇ ਢੰਗ ਦੇ ਨਾਲ। ਦੂਜਾ ਮਾਮਲਾ ਵੀ ਕਾਫੀ ਅਹਿਮ ਆ। ਮੈਂ ਚਾਹੁੰਦਾ ਹਾਂ ਸਰਦਾਰ ਜਗਤਾਰ ਸਿੰਘ ਹੁਣਾਂ ਵੱਲ ਜਾਣ ਤੋਂ ਪਹਿਲਾਂ, ਕਿਉਂਕਿ ਉਹਦੇ ਨਾਲ ਸਿੱਧਾ ਸੰਬੰਧ ਜੁੜਿਆ ਹੋਇਆ ਵਾ ਬੋਲਣ ਦੀ ਆਜ਼ਾਦੀ ਦਾ, ਮੀਡੀਆ ਦੀ ਆਜ਼ਾਦੀ ਦਾ, ਲੋਕਾਂ ਦੇ ਹੱਕ ਹਕੂਕ ਦਾ। ਉਹ ਆਪਾਂ ਅਮਰੀਕਨ ਰਾਸ਼ਟਰਪਤੀ ਦਾ ਜਾ ਕੇ ਕਿਸੇ ਦੂਜੇ ਦੇਸ਼ ਵਿੱਚ ਜੋ ਇਸ ਸਾਡੇ ਧਰਾਤਲ ਤੇ ਜੋ ਗੱਲਾਂ ਹੋਈਆਂ ਕਿਤੇ ਬਾਹਰ ਜਾ ਕੇ ਦੁਨੀਆ ਨੂੰ ਦੱਸਣੀਆਂ, ਉਹ ਪਹਿਲੂ ਲੈਂਦੇ ਆ। ਮੈਂ ਚਾਹੁੰਦਾ ਕਿ ਜਿਹੜਾ ਇਹ ਐਡੀਟਰਸ ਗਿਲਡ ਵਾਲਾ ਮਾਮਲਾ ਉਹਨੂੰ ਐਡਰੈਸ ਕਰ ਦਿਓ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅੱਜ ਫੇਰ ਆਉਂਦਾ ਹੈ ਤੇ ਉਹਦੇ ਉੱਤੇ ਫੈਸਲਾ ਵੀ ਬੜਾ ਸਟੀਕ ਹੈ। ਭਾਵੇਂ ਉਹਨਾਂ ਨੂੰ ਹਾਈ ਕੋਰਟ ਜਾਣ ਲਈ ਕਹਿਤਾ, ਲੇਕਿਨ ਮੁੱਢਲੇ ਤੌਰ ਤੇ ਜਿਹੜੀਆਂ ਟਿੱਪਣੀਆਂ ਆਈਆਂ, ਤੁਸੀਂ ਗੈਰ ਰਸਮੀ ਗੱਲਬਾਤ ਦੱਸ ਰਹੇ ਸੀ, ਉਹਨਾਂ ਨੂੰ ਇੱਕ ਵਾਰੀ ਸਾਂਝ ਪਵਾ ਦਿਓ। ਬਿਲਕੁਲ, ਪਹਿਲਾਂ ਇਹ ਕੇਸ 6 ਤਰੀਕ ਨੂੰ ਆਇਆ ਸੀ, ਕਿਉਂਕਿ ਉਹਨਾਂ ਦੀ ਰਿਪੋਰਟ ਜਿਹੜੀ ਮਨੀਪੁਰ ਜਾ ਕੇ ਐਡੀਟਰਜ਼ ਗਿਲਡ ਦੇ ਪ੍ਰਧਾਨ ਤੋਂ ਲੈ ਕੇ ਸਾਰੇ ਸੀਨੀਅਰ ਜਰਨਲਿਸਟਾਂ ਦੀ, ਐਡੀਟਰਾਂ ਦੀ 2 ਸਤੰਬਰ ਨੂੰ ਛਪੀ ਸੀ ਤੇ ਕਿੰਨੀਆਂ ਹੀ FIR ਦਰਜ ਕਰਤੇ, 3 FIR ਦਰਜ ਕਰਤੀਆਂ ਉਹਨਾਂ ਦੇ ਖਿਲਾਫ ਕਿ ਦੁਸ਼ਮਣੀ ਭੜਕਾ ਰਹੀਆਂ ਨੇ, ਰਿਪੋਰਟਾਂ ਫਰਾਨਾ। ਔਰ ਉਦੋਂ ਕੱਲੀ ਇਮੀਡੀਏਟ ਤੁਰੰਤ ਸੁਪਰੀਮ ਕੋਰਟ ਨੇ ਉਹਨਾਂ ਦੀ ਅਰੈਸਟ ਸਟੇ ਕਰਤੀ ਸੀ ਕਿ ਨਹੀਂ ਅੱਗੇ ਨਹੀਂ ਵਧਾਉਂਗੇ, ਬਾਅਦ ਚ ਅਸੀਂ ਅੱਜ ਸੁਣਾਂਗੇ। ਅੱਜ 11 ਤਰੀਕ ਨੂੰ ਦੁਬਾਰਾ ਸੁਣਵਾਈ ਸੀ ਔਰ ਉੱਥੋਂ ਰਿਪੋਰਟਾਂ ਵੀ ਮੰਗੀਆਂ ਗਈਆਂ ਸੀ ਕਿ ਤੁਸੀਂ ਕੀ ਚਾਹੁੰਦੇ ਹੋ। ਅੱਜ ਕਪਲ ਸਿਬਲ ਪੇਸ਼ ਹੋਏ ਸੀਗੇ ਐਡੀਟਰਜ਼ ਗਿਲਡ ਵੱਲੋਂ ਸਾਰੇ ਮਾਮਲੇ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਇਹ ਗੱਲ ਚੀਫ ਜਸਟਿਸ ਨੇ ਵੀ ਪੁੱਛੀ ਜਿਹੜਾ ਸੋਲਿਸਿਟਰ ਜਨਰਲ ਸੀ ਤੁਸ਼ਾਰ ਮਹਿਤਾ ਨੂੰ, ਕਿ ਮੰਨ ਲਓ ਕੋਈ ਤੇ ਜਾ ਕੇ ਜਾਂਚ ਕਰਦੀ ਹੈ, ਜਾਂਚ ਕਰਕੇ ਇੱਕ ਰਿਪੋਰਟ ਜਾਰੀ ਕਰਦੀ ਹੈ, ਉਹ ਰਿਪੋਰਟ ਜ਼ਰੂਰੀ ਨਹੀਂ ਆਬਜੈਕਟਿਵ ਹੋਵੇ, ਉਹ ਸਬਜੈਕਟਿਵ ਵੀ ਹੋ ਸਕਦੀ ਹੈ, ਇਹ ਵੀ ਮੰਨ ਲਓ। ਇਹ ਕ੍ਰਿਮੀਨਲ ਕਿਵੇਂ ਹੋ ਗਈ, ਇਹਦੇ ਚ ਕ੍ਰਾਈਮ ਦੇ ਪਰਚੇ ਦਰਜ ਕਿਵੇਂ ਹੋ ਗਏ? ਤੁਸੀਂ ਉਹਨੂੰ ਰਿਪੋਰਟ ਨਾਲ ਰੱਦ ਕਰ ਸਕਦੇ ਹੋ, ਤੱਥਾਂ ਨਾਲ ਰੱਦ ਕਰ ਸਕਦੇ ਹੋ, ਦਲੀਲ ਦੇ ਵਿੱਚ ਲਿਆ ਕੇ ਗੱਲਾਂ ਨੂੰ ਤੁਸੀਂ ਨਿਪਟਾ ਸਕਦੇ ਹੋ ਉਸ ਤਰੀਕੇ ਦੇ ਨਾਲ। ਫਿਰ ਦੂਜਾ ਪੁਆਇੰਟ ਇਹ ਆ ਗਿਆ, ਉਹਨਾਂ ਨੇ ਇਹ ਰੱਖਿਆ ਕਿ ਜੀ ਇਹਨਾਂ ਨੂੰ ਉੱਥੇ ਹਾਈ ਕੋਰਟ ਜਾਣਾ ਚਾਹੀਦਾ ਸੀ, ਜੇਕਰ ਗੱਲ ਵੀ ਹੈ ਮਨੀਪੁਰ ਹਾਈ ਕੋਰਟ ਦੇ ਵਿੱਚ। ਤਾਂ ਜਦੋਂ ਉਹ ਦੂਜਾ ਵਕੀਲ ਜਿਹੜਾ ਡਿਫੈਂਸ ਤੇ ਇਹਨਾਂ ਦਾ ਸੀ ਐਡੀਟਰਜ਼ ਗਿਲਡ ਦਾ, ਉਹ ਕਹਿੰਦਾ ਮਨੀਪੁਰ ਹਾਲਾਤ ਕਿੱਥੇ ਨੇ? ਮਨੀਪੁਰ ਦੇ ਹਾਲਾਤ ਦੇ ਵਿੱਚ ਜਾ ਕੇ ਤਾਂ ਕੋਈ ਦੇਖੇ। ਮਨੀਪੁਰ ਦੇ ਹਾਲਾਤ ਤਾਂ ਇਹ ਹੈ, ਉੱਥੇ ਬਫਰ ਸਟੇਟ ਬਣੀ ਹੈ, ਫੌਜ ਵਿੱਚ ਖੜੀ ਹੈ, 2 ਕਮਿਊਨਿਟੀਆਂ ਨਹੀਂ ਮਿਲ ਸਕਦੀਆਂ, ਤੇ ਉੱਥੇ ਅਸੈਂਬਲੀ ਦਾ ਇਜਲਾਸ ਨਹੀਂ ਹੋ ਸਕਿਆ, 1 ਦਿਨ ਹੋ ਸਕਿਆ ਤੇ ਉਸ ਤੋਂ ਬਾਅਦ ਖਤਮ ਹੋ ਗਿਆ ਕੰਮ, ਉੱਥੇ ਉਹ ਨਹੀਂ ਚੱਲ ਸਕਿਆ। ਤੇ ਹਾਲਾਤ ਕਿੱਥੇ ਨੇ? ਐਡੀ ਦੂਰੋਂ ਬੰਦੇ ਕਿਵੇਂ ਜਾ ਕੇ ਆਪਣੇ ਆਪ ਨੂੰ ਡਿਫੈਂਸ? ਤਾਂ ਸਜ਼ਾ ਹੀ ਹੋ ਜੂਗੀ, ਸਗੋਂ ਨਵੀਂ ਸਜ਼ਾ ਕੇ ਤੁਸੀਂ ਉੱਥੇ ਜਾ ਕੇ ਡਿਪੈਂਡ ਕਰੋ। ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਠੀਕ ਗੱਲ ਹੈ, ਤੇ ਤੁਸੀਂ ਦਿੱਲੀ ਦੀ ਹਾਈ ਕੋਰਟ ਜਾਓ,
ਉਹਨਾਂ ਆਰਡਰ ਕਰਤਾ ਕਿ ਤੁਹਾਡਾ ਇਹਦੇ ਤੇ ਅਗਵਾਈ ਅੱਗੇ ਕਾਰਵਾਈ ਕੋਈ ਨਹੀਂ ਹੋਏਗੀ, ਇਹ ਸੁਪਰੀਮ ਕੋਰਟ ਦੀ ਜੱਜਮੈਂਟ ਹੈ। ਨਾਲ ਦੀ ਨਾਲ ਜਿਹੜੀ ਉਹਦਾ FIR ਜਿਹਨੂੰ ਖਾਰਜ ਕਰਨ ਦੀ ਇੱਕ ਪਟੀਸ਼ਨ ਹੈ, ਉਹ ਤੁਸੀਂ ਦਿੱਲੀ ਦੀ ਹਾਈ ਕੋਰਟ 'ਚ ਪਾ ਸਕਦੇ ਹੋ। ਦਿੱਲੀ ਦੀ ਹਾਈ ਕੋਰਟ ਜਾਓ, ਉਹਨੂੰ ਸੁਣ ਕੇ ਹਾਈ ਕੋਰਟ ਆਪਣੇ ਆਪ ਜੋ ਵੀ ਫੈਸਲਾ ਲਏਗੀ ਉਹ ਤੋਂ ਬਾਅਦ ਦੀ ਗੱਲ ਹੈ। ਮਤਲਬ ਇੱਕ ਲੈਵਲ ਦਾ ਇਹ ਦੋ ਗਵਰਨਮੈਂਟ ਨੂੰ ਹੁਣ ਇਹਦੇ 'ਚ ਚੈਲੰਜ ਹੋਏ ਨੇ। ਇੱਕ ਚੈਲੰਜ ਇਹ ਹੋ ਰਿਹਾ ਕਿ ਤੁਸੀਂ ਫਰੀडम ਆਫ ਪ੍ਰੈਸ ਦੀ ਕਦਰ ਨਹੀਂ ਕਰਦੇ, ਤੁਸੀਂ ਐਵੇਂ ਹੀ ਜਾ ਕੇ ਪਰਚੇ ਦਰਜ ਕਰਾਤੇ ਤੇ ਜਿਹੋ ਜਿਹਾ ਪਹਿਲੀਆਂ ਦਰਜ ਕੀਤੀਆਂ ਨੇ ਰਿਪੋਰਟਾਂ FIR ਫਿਰ ਉਵੇਂ ਤੁਸੀਂ ਇਹ ਕਰ ਲੋਗੇ। ਦੂਜਾ ਇਹ ਹੈ ਕਿ ਉੱਥੇ ਹਾਲਾਤ ਨਹੀਂ ਹੈ। ਪਹਿਲਾਂ ਵੀ ਸੁਪਰੀਮ ਕੋਰਟ ਇੱਕ ਜੱਜਮੈਂਟ 'ਚ ਕਹਿ ਚੁੱਕੀ ਹੈ ਕਿ ਲਾ ਐਂਡ ਆਰਡਰ ਦੀ ਹਾਲਤ ਬਿਲਕੁਲ ਖਤਮ ਹੈ ਔਰ ਸਰਕਾਰ ਨਾਂ ਦੀ ਚੀਜ਼ ਨਹੀਂ ਹੈ, ਪਰ ਅਜੇ ਵੀ ਸਰਕਾਰ ਚੱਲ ਰਹੀ ਹੈ। ਚੀਫ ਮਿਨਿਸਟਰ ਹੈ, ਬਾਕੀ ਦੇ ਲੋਕ ਨੇ ਸਾਰੇ ਉਸ ਲੈਵਲ ਦੇ ਉੱਤੇ। ਉਹਨਾਂ ਨੇ ਇਹ ਵੀ ਕਿਹਾ ਜਦੋਂ ਦਲੀਲ ਦਿੱਤੀ ਕਿ ਉੱਥੇ ਹਾਲਾਤ ਹੀ ਹੈ ਨਹੀਂ। ਚੀਫ ਮਿਨਿਸਟਰ ਵੀ ਸਾਡੇ ਖਿਲਾਫ ਬਿਨਾਂ ਮਤਲਬ ਬਿਆਨ ਦੇ ਰਿਹਾ। ਚੀਫ ਮਿਨਿਸਟਰ ਨੇ ਵੀ ਬਿਆਨ ਦਿੱਤਾ ਕਿ ਬਾਹਰੋਂ ਆ ਕੇ ਬੰਦਿਆਂ ਨੇ, ਤਾਂ ਸਰਕਾਰ ਕਹਿੰਦੀ ਹੈ ਕਿ ਪੋਲਿਟਿਕਸ ਕਰ ਰਹੇ ਨੇ ਸੰਪਾਦਕ, ਇਹ ਸਿਆਸਤ ਕਰ ਰਹੇ ਨੇ। ਉਹ ਕਹਿੰਦੇ ਸਿਆਸਤ ਨਹੀਂ ਕਰ ਰਹੇ ਅਸੀਂ, ਸਿਆਸਤ ਕਿਹੋ ਜੀ ਹੋ ਰਹੀ ਹੈ ਉੱਥੇ ਉਹਦਾ ਰਿਪੋਰਟ ਦੇ ਤਹਿਤ ਵਿਖਿਆਨ ਕਰ ਰਹੇ ਹਾਂ, ਲੋਕਾਂ ਨੂੰ ਰਿਐਲਿਟੀ ਦੱਸ ਰਹੇ ਹਾਂ। ਲੋਕਲ ਮੀਡੀਆ ਕਿਵੇਂ ਦਬਾਅ ਦੇ ਵਿੱਚ ਹੈ ਜਾਂ ਪੋਲਰਾਈਜ਼ਡ ਹੋ ਚੁੱਕਿਆ ਹੈ, ਅਸੀਂ ਉਹਦੀ ਅਸਲੀਅਤ ਦੱਸ ਸਕਿਆ। ਸਾਨੂੰ ਫੌਜ ਨੇ ਲਿਖਤੀ ਚਿੱਠੀ ਭੇਜ ਕੇ ਬੁਲਾਇਆ ਕਿ ਬਾਕੀ ਦੀ ਗੱਲ ਇਸ ਮਾਮਲੇ ਦੇ ਵਿੱਚ ਕਰ ਦਿੱਤੀ ਜਾਣੀ ਚਾਹੀਦੀ ਹੈ। ਆ ਸਾਡੇ ਕੋਲ ਲਿਖਤੀ ਫੌਜ ਦੀ ਚਿੱਠੀ ਹੈ ਜਿਹਦੇ ਤੋਂ ਬਾਅਦ ਅਸੀਂ ਗਏ ਹਾਂ। ਤਾਂ ਇਹ ਗੱਲ ਮੇਰੇ ਖਿਆਲ ਸਰਕਾਰ ਦੇ ਖਿਲਾਫ ਕਾਫੀ ਸਟਰੋਂਗ ਟਿੱਪਣੀਆਂ ਉਹਦੇ ਰੂਪ ਦੇ ਵਿੱਚ ਆਈਆਂ ਨੇ, ਪਰ ਮਨੀਪੁਰ ਤੇ ਅਜੇ ਵੀ ਸਰਕਾਰ ਖਾਮੋਸ਼ ਹੈ ਉਸ ਮੁੱਦੇ ਤੇ ਫਿਕਰ ਤੌਰ ਦੇ ਉੱਤੇ ਕਿ ਉਹਨੂੰ ਹੱਲ ਕਿਵੇਂ ਕਰਨਾ, ਉਹਨੂੰ ਟ੍ਰੀਟ ਕਿਵੇਂ ਕਰਨਾ। ਇਹ ਬੋਲਣ ਦੀ ਆਜ਼ਾਦੀ ਦੇ ਮਾਮਲੇ 'ਚ ਇਹ ਟਿੱਪਣੀਆਂ ਬੜੀਆਂ ਅਹਿਮ ਨੇ। ਮੈਂ ਸਰਦਾਰ ਜਗਤਾਰ ਸਿੰਘ ਜੀ ਤੁਹਾਡੀ ਇਹ ਟਿੱਪਣੀ ਤਾਂ ਲਵਾਂਗਾ ਹੀ। ਨਾਲ ਦੀ ਨਾਲ ਜਦੋਂ ਅਮਰੀਕਨ ਰਾਸ਼ਟਰਪਤੀ ਦੇਸ਼ ਵਿੱਚੋਂ ਫਲਾਈ ਕਰ ਜਾਂਦੇ ਨੇ ਆਪਣੀ ਸਾਰੀ ਰਸਮ ਪ੍ਰਕਿਰਿਆ ਤੋਂ ਬਾਅਦ, ਔਰ ਜਾ ਕੇ ਉਹ ਵੀਅਤਨਾਮ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ, ਇਹਨੂੰ ਕਿਵੇਂ ਸਮਝੀਏ? ਫਿਰ ਉਹ ਜਿਹੜੇ ਮਾਮਲੇ ਇੱਥੇ ਦਵੱਲੀ ਗੱਲਬਾਤ ਦੇ ਵਿੱਚ ਉੱਠੇ ਨੇ ਉਹਨਾਂ ਨੂੰ ਜਾ ਕੇ ਉੱਥੇ ਐਡਰੈਸ ਕਰ ਰਹੇ ਆ, ਇਹਨੂੰ ਕਿਵੇਂ ਲਈਏ? ਤੀਜੀ ਗੱਲ, ਜਿਹੜੇ ਉਹ ਮੁੱਦੇ ਲੈ ਰਹੇ ਨੇ ਉਹ ਇੱਥੇ ਜੇ ਪ੍ਰੈਸ ਕਾਨਫਰੰਸ ਕਰਕੇ ਕਰਦੇ ਤਾਂ ਕੀ ਦੇਸ਼ ਦੀ ਸਿਆਸਤ ਨੂੰ ਕੋਈ ਅਸਰ ਹੁੰਦਾ ਸੀ? ਇਸ ਕਰਕੇ ਇੱਥੇ ਨਹੀਂ ਉਹਨਾਂ ਨੇ ਕੀਤੀ। ਮੇਰੇ ਖਿਆਲ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਨੇ G20 ਜਿਹੜਾ ਸੰਮੇਲਨ ਹੋਇਆ ਇਹਨੂੰ ਆਪਣੇ ਢੰਗ ਨਾਲ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਦੀ ਟੋਟਲ ਐਫਰਟ 2024 ਦੇ ਇਲੈਕਸ਼ਨ ਸੀ ਕਿ ਨਰਿੰਦਰ ਮੋਦੀ ਨੂੰ ਇੱਕ ਵਿਸ਼ਵ ਗੁਰੂ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾਵੇ ਤੇ ਇਹ ਬਿਲਕੁਲ ਸਮੂਥ ਅਫੇਅਰ ਚੱਲੇ। ਤੇ ਜਿਸ ਤਰ੍ਹਾਂ ਢੰਗ ਨਾਲ ਅਸੀਂ ਚਾਹੁੰਦੇ ਹਾਂ ਸਾਰਾ ਨੈਰੇਟਿਵ ਉਸ ਤਰੀਕੇ ਨਾਲ ਸ਼ੇਪ ਅਪ ਹੋਵੇ। ਇਹਦੇ ਵਿੱਚ ਹੁਣ ਅਮਰੀਕਨ ਪ੍ਰੈਜ਼ੀਡੈਂਟ ਜਿੱਥੇ ਵੀ ਜਾਂਦਾ ਸਮਿਟ ਮੀਟਿੰਗ ਜਿਹੜੀ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਦੀ ਟ੍ਰੈਡੀਸ਼ਨ ਹੈ ਕਿ ਪ੍ਰੈਜ਼ੀਡੈਂਟ ਹਮੇਸ਼ਾ ਮੀਡੀਆ ਨਾਲ ਇੰਟਰੈਕਟ ਕਰਦੇ। ਇੱਥੇ ਵੀ ਉਹਨਾਂ ਨੇ ਕਿਹਾ ਵੀ ਸਾਡਾ ਇਹ ਇੰਟਰੈਕਸ਼ਨ ਤੁਸੀਂ ਅਰੇਂਜ ਕਰੋ, ਤੇ ਗਵਰਨਮੈਂਟ ਆਫ ਇੰਡੀਆ ਨੇ ਰਿਫਿਊਜ਼ ਕਰਤਾ ਸੀ। ਤੇ ਕੁਛ ਮਸਲਨ ਟੈਲੀਗ੍ਰਾਫ, ਕਲਕੱਤੇ ਦਾ ਸ਼ਬਦ ਅਖਬਾਰ, ਉਹਨਾਂ ਦੀ ਸਭ ਤੋਂ ਵੱਡੀ ਸੁਰਖੀ ਸੀ ਇਹ ਰਿਫਿਊਜ਼ਲ। ਬਾਕੀ ਹੈਡ ਆਫ ਦੀ ਸਟੇਟਸ ਜਾਂ ਜਿੰਨੇ ਵੀ ਆਏ ਸੀਗੇ, ਕੁਛ ਲੋਕਾਂ ਨੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ, ਮੀਡੀਆ ਨਾਲ ਐਡਰੈਸ ਹੋਏ ਕੁਛ ਨੇ। ਹੁਣ ਜੇ ਉਹਨਾਂ ਨੂੰ ਅਲਾਓ ਕੀਤਾ ਜਾਂਦਾ ਹੈ ਤੇ ਪ੍ਰੈਜ਼ੀਡੈਂਟ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਤਾਂ ਮੈਂ ਕਿਹਾ ਛੇਤੀ ਕੀਤਾ ਕੋਈ ਨਾ ਹੀ ਨਹੀਂ ਕੀਤੀ ਜਾਂਦੀ। ਹੁਣ ਗੱਲ ਸਮਝ ਆ ਗਈ ਵੀ ਕਿਉਂ ਅਲਾਓ ਨਹੀਂ ਕੀਤਾ ਗਿਆ ਜੀ। ਉਹ ਸਿੱਧੇ ਇੱਥੋਂ ਜਾਂਦੇ ਵਿਅਤਨਾਮ, ਵਿਅਤਨਾਮ ਉੱਤਰ ਸਾਰਾ ਉਹ ਮੀਡੀਆ ਨੂੰ ਐਡਰੈਸ ਕਰਦੇ ਔਰ ਤਿੰਨ ਇਸ਼ੂ ਟੇਕ ਅਪ ਕਰਦੇ ਮੇਨਲੀ ਫਰੀडम ਆਫ ਪ੍ਰੈਸ, ਹਿਊਮਨ ਰਾਈਟਸ ਤੇ ਡਿਵਿਸਿਵ ਪੋਲਿਟਿਕਸ। ਤਿੰਨੇ ਹੀ ਮੋਦੀ ਜੀ ਵਾਸਤੇ ਬਹੁਤ ਅੱਛੀ ਸਬਜੈਕਟ ਹੈਗੀ ਹੈ। ਇਹਨਾਂ ਦੀ ਸਾਰੀ ਫੰਕਸ਼ਨਿੰਗ ਤੇ ਤਿੰਨੇ ਇਸ਼ੂ ਕੁਐਸਚਨ ਮਾਰਕ ਲੱਗ ਜਾਂਦਾ ਇਹਨਾਂ ਇਸ਼ੂ ਦੇ ਨਾਲ। ਜਦੋਂ USA ਦਾ ਪ੍ਰੈਜ਼ੀਡੈਂਟ ਤੁਹਾਡੀ ਧਰਤੀ ਤੇ ਆ ਕੇ ਤੁਹਾਨੂੰ ਲੈਕਚਰ ਦੇ ਰਿਹਾ ਹੋਵੇ ਫਰੀडम ਆਫ ਪ੍ਰੈਸ, ਹਿਊਮਨ ਰਾਈਟਸ ਦੀ, ਤੇ ਸਿਚੁਏਸ਼ਨ ਸਾਰੀ ਹੀ ਬਦਲ ਜਾਂਦੀ ਹੈ। ਅਸੀਂ ਤਾਂ ਵਿਸ਼ਵ ਗੁਰੂ ਬਣੇ ਹੋਏ ਹਾਂ। ਜਦੋਂ ਵਿਸ਼ਵ ਗੁਰੂ ਨੂੰ ਕੋਈ ਆ ਕੇ ਕੁਐਸਚਨ ਕਰੇਗਾ ਤੇ ਉਹ ਜਿਹੜਾ ਨੈਰੇਟਿਵ ਇਹ ਬਿਲਡ ਕਰਨ ਦੀ ਕੋਸ਼ਿਸ਼ ਕਰ ਰਿਹਾ 2024 ਦੀ ਇਲੈਕਸ਼ਨ ਦਾ, ਉਹ ਤਾਂ ਸਾਰਾ ਹੀ ਸ਼ਟਰ ਹੋ ਜਾਏਗਾ। ਜੋ ਬਾਈਡਨ ਨੇ ਜੋ ਇੱਥੋਂ ਦੀ ਅਸਲੀਅਤ ਹੈ ਜਿਹੜੀ ਆਪਾਂ ਰੋਜ਼ ਦੇਖਦੇ ਹਾਂ ਕੀ ਹੈ ਕੀ ਨਹੀਂ, ਉਹੀ ਬਿਆਨ ਕੀਤਾ। ਸਾਡੇ ਵਾਸਤੇ ਸ਼ਾਇਦ ਕੋਈ ਨਵੀਂ ਗੱਲ ਨਹੀਂ। ਜਦੋਂ ਅਮਰੀਕਨ ਪ੍ਰੈਜ਼ੀਡੈਂਟ ਉਹ ਇਸ਼ੂਸ ਟੇਕ ਅਪ ਕਰਦਾ ਹੈ ਤੇ ਮੇਰੇ ਖਿਆਲ ਇਸ ਮੁਲਕ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀ ਇਹ ਜਿਸ ਢੰਗ ਨਾਲ ਇੱਕ ਫਾਲਸ ਨੈਰੇਟਿਵ ਇਮੈਜਿਨਰੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਉਹ ਹੁਣ ਦੁਨੀਆ ਨੂੰ ਸਾਰੀ ਨੂੰ ਉੱਥੇ ਐਕਸਪੋਜ਼ਰ ਹੋ ਚੁੱਕੇ ਹੈ। ਦਿੱਕਤ ਇਹ ਸੀ ਕਿ ਪਹਿਲਾਂ ਵੀ ਸਾਰਿਆਂ ਨੂੰ ਪਤਾ ਸੀ ਇੰਡੀਆ ਨੂੰ ਇੱਕ ਬਹੁਤ ਵੱਡੀ ਮੰਡੀ ਟ੍ਰੀਟ ਕੀਤਾ ਜਾਂਦਾ ਹੈ। ਜੇ ਆਪਾਂ ਪਿਛਲੇ 10 ਸਾਲ ਜਾਂ 15 ਸਾਲ ਦਾ ਦੇਖੀਏ ਸਾਰਾ, ਹੁਣ ਸਾਡੇ ਮੇਨ ਜਿਹੜੀ ਡਿਪੈਂਡੈਂਸੀ ਫਾਰ ਵੈਪਨਸ ਉਹ ਪਹਿਲਾਂ ਰਸ਼ੀਆ ਸੀ, ਹੁਣ ਉਹ ਸ਼ਿਫਟ ਹੋ ਕੇ USA ਤੇ ਹੋ ਗਈ। ਅਸੀਂ US ਵੈਪਨ ਇੰਡਸਟਰੀ ਦੇ ਵਿੱਚ ਇੰਪਲਾਇਮੈਂਟ ਕ੍ਰੀਏਟ ਕਰਦੇ ਹਾਂ, ਇਸ ਕਰਕੇ ਕੁਝ ਇਸ਼ੂਜ਼ ਉਹ ਮੁਲਕ ਟੇਕ ਅਪ ਨਹੀਂ ਕਰਦੇ। ਇਸ ਤਰ੍ਹਾਂ ਹੀ ਬ੍ਰਿਟੇਨ, ਰਿਸ਼ੀ ਸੁਨਕ ਜਦੋਂ ਇੰਗਲੈਂਡ ਤੋਂ ਚੱਲੇ ਆ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ 70 MPs ਨੇ ਮਿਲ ਕੇ ਰਿਕੁਐਸਟ ਕੀਤੀ ਸੀ ਕਿ ਜਗਤਾਰ ਸਿੰਘ ਜੱਗੀ ਚੌਹਲ ਦਾ ਕੇਸ ਤੁਸੀਂ ਟੇਕ ਅਪ ਕਰੋ। ਹੀ ਰਿਫਿਊਜ਼ਡ ਕਿ ਇਹਦੇ ਨਾਲ ਸਾਡੇ ਸੰਬੰਧ ਖਰਾਬ ਹੋਣਗੇ। ਇਸ਼ੂ ਮੰਡੀ ਦਾ ਹੈ, ਜਿਹੜੇ ਟ੍ਰੇਡ ਰਿਲੇਸ਼ਨਸ ਹੈ ਕਈ ਵਾਰੀ ਉਹ ਬਾਕੀ ਇਸ਼ੂਜ਼ ਨੂੰ ਡੋਮੀਨੇਟ ਕਰ ਜਾਂਦੇ ਆ। ਸੋ ਇਸ ਤਰ੍ਹਾਂ ਹੀ ਕੁਝ ਮੁਲਕਾਂ ਨਾਲ ਹੋ ਰਿਹਾ ਸੀਗਾ। ਅਮਰੀਕਾ ਨੇ ਅਲਟੀਮੇਟਲੀ ਉਸ ਆਸਪੈਕਟ ਨੂੰ ਪਾਸੇ ਕਰਕੇ ਜਿਹੜੀ ਸੱਚਾਈ ਹੈ ਉਹਨੂੰ ਟੇਕ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਇਹਦੇ ਨਾਲ ਜਿਹੜੀ ਇਹਨਾਂ ਦੀ ਟੋਟਲ ਐਫਰਟ ਸੀ ਆਪਣੇ ਨੈਰੇਟਿਵ ਨੂੰ ਸਿਰਜਣ ਦੀ, ਉਹ ਤੇ ਕੁਐਸਚਨ ਮਾਰਕ ਵੀ ਲੱਗ ਗਿਆ। ਅੱਜ ਤਾਂ ਸਵੇਰੇ ਪ੍ਰੈਸ ਕਾਨਫਰੰਸ ਹੋਈ ਹੈ, ਕੱਲ ਹੁਣ ਤੱਕ ਤਾਂ ਸਾਰਾ ਸੋਸ਼ਲ ਮੀਡੀਆ ਤੇ ਟਵਿੱਟਰ ਤੇ ਭਰਿਆ ਪਿਆ ਸਾਰਾ ਵੀ ਉਹ ਵੀਡੀਓ ਚੱਲ ਰਹੀਆਂ ਸਾਰੀਆਂ, ਤੇ ਕੱਲ ਨੂੰ ਜਿਹੜਾ ਅਖਬਾਰਾਂ 'ਚ ਵੀ ਛਪ ਜਾਏਗਾ, ਹੋ ਸਕਦਾ ਇਹਨਾਂ ਨੇ ਇਹ ਕੋਸ਼ਿਸ਼ ਕਰਨਾ ਛਾਪਣ, ਇਹ ਮੀਡੀਆ ਵਾਲੇ ਡਾਊਨ ਪਲੇ ਕਰਨ, ਸਾਡੇ ਹਿੰਦੁਸਤਾਨ ਡਾਊਨ ਪਲੇ ਹੋ ਜਾਏ, ਲੇਕਿਨ ਬਾਹਰ ਤਾਂ ਛਪ ਗਿਆ ਜੀ। ਮੈਂ ਕੱਲ ਵੀ ਗੱਲ ਕੀਤੀ G20 ਇਹਦੀ ਕਵਰੇਜ ਵੈਸਟਰਨ ਮੀਡੀਆ ਨੇ ਨਹੀਂ ਕੀਤੀ, ਚਾਈਨੀਜ਼ ਪੇਪਰ ਦੇ ਵਿੱਚ ਉਹਨਾਂ ਨੇ ਆਪਣੇ ਢੰਗ ਨਾਲ ਆਪਣੀ ਰਿਪੋਰਟਿੰਗ ਕੀਤੀ ਹੈ। ਅਸੀਂ ਬਹੁਤ ਮਤਲਬ ਕਿ ਇਸ ਤਰ੍ਹਾਂ ਬਿਲਡਅਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਕੋਈ ਚਮਤਕਾਰ ਆ ਗਿਆ। ਸੋ ਇੱਕ ਐਫਰਟ ਇਹਨਾਂ ਦੀ ਜਿਹੜੀ ਸੀਗੀ ਉਹ ਥੋੜੀ ਜਿਹੀ ਡਿਫਰੈਂਟ ਕਰਤੀ ਅੱਜ ਜੋ ਬਾਈਡਨ ਨੇ। ਇਸ਼ੂ ਇੰਪੋਰਟੈਂਟ ਹੈ ਤਿੰਨੇ, ਔਰ ਤਿੰਨੇ 2024 ਨਾਲ ਕੰਸਰਨ ਕਰਦੇ। ਬਿਲਕੁਲ ਠੀਕ ਹੈ। ਤੁਸੀਂ ਜੇ ਅਸੀਂ ਥੋੜਾ ਜਿਹਾ ਪਿਛਾਂਹ ਝਾਤੀ ਮਾਰੀਏ ਤਾਂ ਜਿਵੇਂ ਇਹ ਐਲਾਨਨਾਮਾ, ਇਹ ਡੈਕਲੇਰੇਸ਼ਨ ਹੋਇਆ, ਤੇ ਉਸ ਤੋਂ ਪਹਿਲਾਂ ਜਿਹੜੀ ਪਰਦੇ ਪਿੱਛੇ ਦੀ ਮਿਹਨਤ ਲੱਗੀ, ਲਗਾਤਾਰ ਉਹਨਾਂ ਦੇਸ਼ਾਂ ਨੂੰ ਮਨਾਇਆ ਗਿਆ ਕਿ ਆਖਰ ਦੇ ਵਿੱਚ ਕੋਈ ਆਬਜੈਕਟ ਨਾ ਕਰੇ, ਕੋਈ ਆਬਜੈਕਸ਼ਨ ਨਾ ਆਵੇ। ਸੋ ਇਹਦੀਆਂ ਬਰੀਕੀਆਂ ਤੇ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹਾਂ ਕੁਝ ਦਿਨ ਪਹਿਲਾਂ ਹੀ ਉਹ ਰੈਡੀ ਹੋ ਗਿਆ। ਪਰ ਦੂਜੇ ਬੰਨੇ ਇਹ ਵੀ ਸਵਾਲ ਉੱਠਦਾ ਰਿਹਾ ਕਿ ਆਖਰ ਜਿਹੜੇ ਸੈਂਸਿਟਿਵ ਮਾਮਲੇ ਆ ਉਹਨਾਂ ਤੋਂ ਮੂੰਹ ਮੋੜਿਆ ਕਿਉਂ ਜਾ ਰਿਹਾ। ਤੁਸੀਂ ਜੱਗੀ ਚੌਲ ਦੀ ਗੱਲ ਕੀਤੀ ਆ, ਪਤਾ ਲੱਗਿਆ ਕਿ ਇਹ ਦੁਵੱਲੀ ਗੱਲਬਾਤ ਦੇ ਵਿੱਚ ਮਾਮਲਾ ਆਇਆ। ਮਾਮਲਾ ਜਸਟਿਨ ਟਰੂਡੋ ਤੇ ਨਰਿੰਦਰ ਮੋਦੀ ਦੇ ਦਰਮਿਆਨ ਵੀ ਆਇਆ, ਜਿਹੜਾ ਕੈਨੇਡਾ ਦੇ ਵਿੱਚ ਵੱਖਵਾਦ ਦੀਆਂ ਗੱਲਾਂ ਨੇ, ਰੌਲੇ ਨੇ, ਉਹ ਵੀ ਆਇਆ। ਉਹਨੂੰ ਵੀ ਆਪਾਂ ਲੈਂਦੇ ਹਾਂ। ਪਹਿਲਾਂ ਮੈਂ ਸਰਦਾਰ ਹਰਮੀਤ ਸਿੰਘ ਜੀ ਇੱਕ ਛੋਟੀ ਜਿਹੀ ਟਿੱਪਣੀ ਤੁਹਾਡੇ ਤੋਂ ਲੈਣਾ ਚਾਹੁੰਦਾ ਹੈ ਕਿ ਆਖਰ ਜਿਵੇਂ ਸਰਦਾਰ ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਟੈਲੀਗ੍ਰਾਫ ਦੇ ਵਿੱਚ ਇਹ ਛਪਿਆ ਹੈ ਕਿ ਉਹਨਾਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ ਗਈ, ਪਰ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਅਮਰੀਕਨ ਸਦਰ ਨੂੰ ਇੱਥੇ ਪ੍ਰੈਸ ਕਾਨਫਰੰਸ ਨਾ ਕਰਨ ਦਿੱਤੀ ਗਈ ਹੋਵੇ ਤੇ ਉਹ ਸੁਰਖੀ ਵੀ ਨਾ ਬਣ ਸਕੀ ਹੋਵੇ। ਇਹ ਵੀ ਸਵਾਲ ਆ ਕਿ ਉਹਨਾਂ ਨੇ ਮੰਗ ਕੀਤੀ ਸੀ, ਉਹਨਾਂ ਨੂੰ ਡਿਨਾਈ ਕੀਤਾ ਗਿਆ ਤੇ ਕਿਸ ਪੱਧਰ ਤੇ ਕੀਤਾ ਗਿਆ। ਕੂਟਨੀਤਿਕ ਤੌਰ ਤੇ ਪਹਿਲਾਂ ਹੀ ਗੱਲ ਹੋ ਚੁੱਕੀ ਸੀਗੀ ਜਾਂ ਉਸ ਦਿਨ ਵੀ ਕੋਈ ਗੱਲ ਹੋਈ? ਇਹ ਵੀ ਸਵਾਲ ਤਾਂ ਉੱਠਦੇ ਰਹਿਣਗੇ। ਬਿਲਕੁਲ ਇਹ ਸੰਭਵ ਹੈ ਕਿ ਉਹਨਾਂ ਨੇ ਕੋਈ ਐਡਜਸਟਮੈਂਟ ਕਰ ਲਈ ਹੋਵੇ ਪਿੱਛੇ ਵੀ, ਚਲੋ ਤੁਸੀਂ ਕਿਤੇ ਹੋਰ ਜੋ ਮਰਜ਼ੀ ਕਹੋ, ਸਾਡੀ ਧਰਤੀ ਤੇ ਘੱਟੋ ਘੱਟ ਨਾ, ਕਿਉਂਕਿ ਇੰਨੀ ਹਿੰਮਤ ਤਾਂ ਨਹੀਂ ਮੇਰੇ ਖਿਆਲ ਹੈ ਇਨਡਾਇਰੈਕਟਲੀ ਹੁੰਦੀ। ਜੇ ਉਹ ਕਹਿਣ ਅਸੀਂ ਗੱਲ ਕਰਨੀ ਹੈ ਤੇ ਉਹ ਅਮਰੀਕਨ ਮੀਡੀਆ ਨਾਲ ਤਾਂ ਅਲੱਗ ਕਰ ਹੀ ਸਕਦੇ ਨੇ, ਜਦ ਮਰਜ਼ੀ ਜਿਹੜਾ ਨਾਲ ਆਇਆ ਹੁੰਦਾ ਉਹਦੇ ਨਾਲ ਬੈਠ ਕੇ ਇੱਥੇ ਵੀ ਕਰ ਜਾਂਦੇ। ਪਰ ਕੋਈ ਨਾ ਕੋਈ ਐਡਜਸਟ, ਕੋਈ ਨਾ ਕੋਈ ਕਿਤੇ ਨਾ ਕਿਤੇ ਹੁੰਦਾ ਵੀ ਸਾਡਾ ਲਾਜ ਉਹ ਰੱਖ ਲਓ, ਮੂੰਹ ਮਲਾਜਾ ਜਿਹੜਾ ਉਹ ਨਾ ਕਹੇ ਤੇ ਤੁਸੀਂ ਕਰ ਲਿਓ ਜਿੱਥੇ ਕਰਨਾ। ਪਰ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਜਿਹੜੀ ਵੈਸਟਰਨ ਡੈਮੋਕ੍ਰੇਸੀ ਹੈ, ਖਾਸ ਤੌਰ ਤੇ ਅਮਰੀਕਾ ਦੇ ਵਿੱਚ, ਉੱਥੇ ਦਾ ਪਬਲਿਕ ਪ੍ਰੈਸ਼ਰ, ਉੱਥੇ ਦੀ ਆਪੋਜੀਸ਼ਨ, ਇਵਨ ਇੰਟਰਨਲ ਪਾਰਟੀ ਦੇ ਵਿੱਚ ਵੀ ਪ੍ਰੈਜ਼ੀਡੈਂਟ ਐਡਾ ਜ਼ਿਆਦਾ ਆਜ਼ਾਦ ਨਹੀਂ ਹੈ, ਕਿਉਂਕਿ ਉਹਦੇ ਜਿਹੜੇ ਬੇਸਿਕ ਇਸ਼ੂਜ਼ ਨੇ ਜੇ ਉਹ ਨਹੀਂ ਐਡਰੈਸ ਕਰਦਾ ਕਿਤੇ ਵੀ ਜਾ ਕੇ, ਤਾਂ ਉਹ ਗਲੋਬਲ ਲੀਡਰ ਆਪਣੇ ਆਪ ਨੂੰ ਕਹਿੰਦਾ ਨਾ। ਅਮਰੀਕਾ ਕੱਲਾ ਅਮਰੀਕਾ ਦਾ ਨਹੀਂ ਹੈ, ਉਹ ਗਲੋਬਲ ਲੀਡਰ ਆਲਰੇਡੀ ਪ੍ਰੈਕਟੀਕਲੀ ਦਿਖਾਈ ਦਿੰਦਾ ਹੁੰਦਾ ਜਦੋਂ, ਤਾਂ ਉੱਥੇ ਜਾ ਕੇ ਉਹਨੇ ਗੱਲ ਕਰਨੀ ਹੁੰਦੀ ਹੈ। ਇਦੋਂ ਪਹਿਲਾਂ ਦੀ ਗੱਲ ਦੇਖੀਏ ਆਪਾਂ, ਜਦੋਂ ਸਾਡੇ ਪ੍ਰਧਾਨ ਮੰਤਰੀ ਅਮਰੀਕਾ ਗਏ ਹੋਏ ਸੀਗੇ, ਉਦੋਂ ਇੱਕ ਅੱਧਾ ਦਿਨ ਗੱਲ ਰਹੀ ਤਾਂ ਉੱਥੋਂ ਜਿਹੜਾ ਬਰਾਕ ਓਬਾਮਾ ਨੇ, ਜਿਹੜੇ ਸਾਬਕਾ ਰਾਸ਼ਟਰਪਤੀ ਨੇ, ਉਹਨਾਂ ਨੇ ਇਹੀ ਤਿੰਨੇ ਮੁੱਦੇ ਉਠਾਤੇ ਉੱਥੇ ਜਾ ਕੇ ਜੀ ਉਸੇ ਮਾਮਲੇ 'ਚ ਖੜੇ ਕਰਕੇ ਕਿ ਆਹ ਗੱਲ ਹੈ ਭਾਈ, ਇਹ ਨਹੀਂ ਹੈ। ਇਹਦਾ ਮਤਲਬ ਉੱਥੋਂ ਪਿੱਛੇ ਜਾ ਕੇ ਅਮਰੀਕਾ ਵਾਪਸ ਮੁੜਨ ਤੇ ਕਿੰਨੀ ਆਲੋਚਨਾ ਹੋਣੀ ਸੀ ਜੋ ਬਾਈਡਨ ਦੀ, ਜੇ ਇਹਨਾਂ ਗੱਲਾਂ ਤੇ ਉਹ ਗੱਲ ਨਾ ਕਰਦੇ ਜਿਹਦੇ ਤੇ ਉਹ ਕਹਿੰਦੇ ਨੇ ਕਿ ਅਸੀਂ ਡੈਮੋਕ੍ਰੈਟਿਕਲੀ ਆਏ ਖੜੇ ਆ, ਸਾਡਾ ਇੱਕ ਸੈਕੂਲਰ ਅਪਰੋਚ ਹੈ, ਸਾਡਾ ਫਲਾਨਾ ਹੈ, ਤਾਂ ਉਹਨੂੰ ਘਰੇਲੂ ਜਿਹੜੀ ਪੋਲਿਟਿਕਸ ਆ ਉੱਥੇ ਨੁਕਸਾਨ ਹੋਣਾ ਸੀ ਉਹ ਸਾਰੀ ਗੱਲ ਦਾ।
ਜੇਕਰ ਤੁਸੀਂ ਨਹੀਂ ਇਹ ਚੀਜ਼ਾਂ ਕਰਦੇ। ਜੀ ਇਸੇ ਕਰਕੇ ਉਹ ਘਰੇਲੂ ਚ ਹੀ ਦੇਖਦੇ ਨੇ, ਸਾਡੇ ਪ੍ਰਾਈਮ ਮਿਨਿਸਟਰ ਵੀ ਘਰੇਲੂ ਚ ਹੀ ਦੇਖਦੇ ਨੇ ਦੁਨੀਆ 'ਚ ਕੀ ਹੋ ਰਿਹਾ, ਇਹਦੀ ਬਜਾਏ ਕਹਿੰਦੇ ਨੇ ਵੀ ਆਪਣਾ ਜਿਹੜਾ ਵੋਟ ਬੈਂਕ ਕਿਤੇ ਇਹਦੇ 'ਚ ਕੋਈ ਗੱਲ ਹੈ ਜੀ ਨੈਗੇਟਿਵ ਨਾ ਚਲੀ ਜਾਏ ਜੀ। ਸਾਡੇ ਤਾਂ ਪਾਰਲੀਮੈਂਟ 'ਚ ਵੀ ਬੋਲਦੇ ਨੇ ਬੰਦੇ, ਜਿਹੜਾ ਮੰਤਰੀ ਬੋਲਦਾ ਸਭ ਨੂੰ ਦੇਖੋ, ਉਹ ਹੇਠਲੀ ਗੱਲ ਉਹਨਾਂ ਨਾਲ ਕਰੋ, ਮਨੀਪੁਰ ਕੀ ਹੋ ਰਿਹਾ, ਨੂੰ ਕੀ ਹੋ ਰਿਹਾ, ਬੇਰੁਜ਼ਗਾਰੀ ਸਾਡੇ ਕਿੰਨੀ ਆ, ਬਾਕੀ ਉਹ ਕਹਿੰਦੇ ਇਹ ਨਾ ਦੇਖੋ, ਗਲੋਬਲ ਦੇਖੋ, ਮੋਦੀ ਜੀ ਨੂੰ ਜੱਫੀ ਕਿਹਨੇ ਪਾਈ, ਕੌਣ 에ਅਰਪੋਰਟ ਤੇ ਲੈਣ ਆਇਆ, ਕਿਹਨੇ ਚਾਹ ਪਿਲਾਈ, ਕਿੰਨਾ ਚਿਰ ਝੂਲਾ ਝੂਟਿਆ, ਗੱਲਾਂ ਕੀ ਕੀਤੀਆਂ, ਇੱਧਰ ਦੇਖੋ ਕਿਵੇਂ ਸਾਡਾ ਸ਼ਾਬਾਸ਼ ਸਾਡਾ ਉਹ ਹੋ ਰਿਹਾ। ਉਹਨਾਂ ਨੂੰ ਇਹ ਤਾਂ ਨਹੀਂ ਪਤਾ ਵੀ ਇਹ ਸਾਰਾ ਕੁਝ ਵੀ ਕਈ ਵਾਰ ਹੁੰਦਾ ਸਾਰਾ ਕੁਝ ਹੁੰਦਾ ਇਸ ਕਰਕੇ ਹੈ ਕਿ ਦੇਸ਼ ਬਹੁਤ ਵੱਡਾ, ਤੁਹਾਨੂੰ ਸਾਰਾ ਮਾਲ ਵੇਚਣਾ, ਟੈਕਨੀਕ ਤੋਂ ਲੈ ਕੇ ਹਰ ਚੀਜ਼ ਉਹਨਾਂ ਨੇ ਤੁਹਾਡੇ ਕੋਲ ਮਤਲਬ ਦੇਣੀ ਹੈ, ਤੇ ਤਾਂ ਕਰਕੇ ਤੁਹਾਡਾ ਇੱਕ ਮਾਨ ਸਨਮਾਨ ਹੋ ਰਿਹਾ। ਨਹੀਂ ਤਾਂ ਮਾਨ ਸਨਮਾਨ ਵਾਲੀ ਜਿਹੜੀ ਇੱਕ ਵੱਡੀ ਮਿਡਲ ਕਲਾਸ ਵੀ ਪੈਦਾ ਹੋ ਗਈ ਹੈ, ਕੰਜ਼ਿਊਮਰਿਸਟ ਕਲਾਸ, ਇੱਥੇ ਇਹ ਵੀ ਬਹੁਤ ਵੱਡੀ ਖਰੀਦਦਾਰ ਹੈ ਸਾਰੀ ਦੁਨੀਆ ਦੀਆਂ ਚੀਜ਼ਾਂ ਦੀ। ਕੱਲੀ ਓਵਰਆਲ ਗਵਰਨਮੈਂਟ ਤਾਂ ਹੈ ਹੀ ਹੈ, ਪਰ ਪ੍ਰਾਈਵੇਟ ਤੌਰ ਤੇ ਵੀ ਐਡੇ ਵੱਡੇ ਪਰਚੇਜਰ ਅਸੀਂ ਖਰੀਦਦਾਰ ਹੋ ਚੁੱਕੇ ਆ, ਤਾਂ ਦੁਨੀਆ ਕਹਿ ਰਹੀ ਹੈ ਵੀ ਚਲੋ ਐਡੀ ਵੱਡੀ ਮੰਡੀ, ਕਿਉਂਕਿ ਸਾਡੀ ਬਾਕੀ ਦੇਸ਼ਾਂ ਦੀ ਤਾਂ ਆਬਾਦੀ ਹੋਣੀ ਹੈ, ਸਾਡੀ ਮਿਡਲ ਕਲਾਸ ਐਡੀ ਵੱਡੀ ਹੈ ਜਿਹੜੀ ਅਮਰੀਕਾ ਜਿੱਡੀ, ਅਮਰੀਕਾ ਤੋਂ ਵੱਡੀ ਹੈ, ਅਮਰੀਕਨ ਪਾਪੂਲੇਸ਼ਨ ਤੋਂ, ਬਾਕੀ ਤਾਂ ਕਈ ਛੋਟੇ ਛੋਟੇ ਦੇਸ਼ ਨੇ ਉਸ ਲੈਵਲ ਦੇ ਉੱਤੇ। ਇਸ ਕਰਕੇ ਉਹਨੂੰ ਵਨ ਸਾਈਡਰਲੀ ਸਾਡੇ ਜਿਹੜਾ ਪੇਸ਼ ਕੀਤਾ ਜਾਂਦਾ, ਮੀਡੀਆ ਤੇ ਜਿਹੜਾ ਕੰਟਰੋਲ ਹੈ ਨਾ, ਮੀਡੀਆ ਜਿਹੜਾ ਉਹਦੀ ਰਿਐਲਿਟੀ ਤੋਂ ਸਾਈਡਲਾਈਨ ਹੋ ਗਿਆ, ਤਾਂ ਕਿ ਲੋਕਾਂ ਤੱਕ ਇੱਕ ਗੱਲ ਵਾਜਬ ਜਾਂਦੀ ਨਹੀਂ, ਸਾਰੀ ਜਾਵੇ, ਜੇ ਕੋਈ ਪੋਜ਼ਿਟਿਵ ਗੱਲ ਹੈ ਉਹ ਵੀ ਜਾਵੇ, ਤੇ ਜਿਹੜੀ ਦੂਜੀ ਗੱਲ ਹੈ ਉਹ ਵੀ ਜਾਣੀ ਚਾਹੀਦੀ ਹੈ। ਉਹ ਦਿਖਦਾ ਕਿ ਇੱਕ ਕੰਟਰੋਲ ਕਿਸ ਲੈਵਲ ਦਾ ਹੋ ਗਿਆ ਸਾਡਾ ਮੀਡੀਆ, ਕਿਉਂ ਜਿਹੜਾ ਖਾਸ ਤੌਰ ਤੇ ਮੇਨ ਸਟ੍ਰੀਮ ਮੀਡੀਆ ਉਹ ਬੜਾ ਰੇਅਰ ਰਹਿ ਗਿਆ ਜਿਹੜਾ ਗੱਲ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ। ਬਦਲ ਤਾਂ ਆਉਂਦੇ ਰਹਿੰਦੇ ਨੇ, ਸੋਸ਼ਲ ਮੀਡੀਆ ਦੇ ਰੂਪ 'ਚ ਕਈ ਪਲੇਟਫਾਰਮ ਆ ਗਏ, ਹੋਰ ਵੀ ਹੈ, ਗੱਲ ਤਾਂ ਤੁਰਦੀ ਰਹਿੰਦੀ ਹਰ ਸਮੇਂ ਦੇ ਵਿੱਚ, ਕੋਈ ਨਾ ਕੋਈ ਦੀਵਾ ਤਾਂ ਬਲਦਾ ਰਹਿੰਦਾ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਜਿਹੜਾ ਸਵਾਲ ਉਠਾ ਰਹੇ ਸੀਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਆਪਣੇ ਪ੍ਰਧਾਨ ਮੰਤਰੀ ਦੀ ਸਿਟਿੰਗ ਤੇ ਉਹਦੇ ਵਿੱਚ ਉੱਠੇ ਮੁੱਦੇ, ਸਵਾਲ ਇਹ ਵੀ ਕਾਫੀ ਘੁੰਮ ਰਿਹਾ ਕੱਲ ਦਾ, ਲੇਕਿਨ ਇਹ ਜਿਹੜੀ ਸਾਰੀ ਗੱਲਬਾਤ ਹੋਈ ਆ ਇਹਨੂੰ ਕਿਵੇਂ ਲਈਏ? ਤੁਸੀਂ ਤਾਂ ਇਹਨੂੰ ਬਹੁਤ ਬਰੀਕੀ ਨਾਲ ਸਮਝਿਆ ਹੋਊਗਾ। ਮਸਲਾ ਖਾਲਿਸਤਾਨ ਦਾ ਹੈ ਜੀ, ਤੇ ਜੋ ਕੁਝ ਮੀਡੀਆ ਨੂੰ ਬਰੀਫ ਕੀਤਾ ਗਿਆ ਸਰਕਾਰ ਵੱਲੋਂ, ਉਹਦੇ ਵਿੱਚ ਇਹ ਹੈ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਬਹੁਤ ਸਖਤੀ ਨਾਲ ਜਸਟਿਨ ਟਰੂਡੋ ਨਾਲ ਇਹ ਇਸ਼ੂ ਟੇਕ ਅਪ ਕੀਤਾ ਤੇ ਕਿਹਾ ਵੀ ਇਹ ਦੋਵਾਂ ਮੁਲਕਾਂ ਦੇ ਸੰਬੰਧ ਤੇ ਅਸਰ ਪਾ ਸਕਦਾ ਹੈ, ਤੁਸੀਂ ਇਹਦੇ ਤੇ ਲਗਾਮ ਕੀਤੀ। ਇਹ ਇਸ਼ੂ ਪੁਰਾਣਾ ਹੈ, ਭਾਰਤ ਤੇ ਕੈਨੇਡਾ ਦਾ ਮਸਲਾ ਇਹ ਪੁਰਾਣਾ ਹੈ, ਇਹ ਖਾਸ ਕਰਕੇ ਖਾਲਿਸਤਾਨੀਆਂ ਨੂੰ ਲੈ ਕੇ ਜੀ ਪਿਛਲੇ ਖਾਸ ਕਰਕੇ 10 ਸਾਲ ਤੋਂ ਇਹ ਗੱਲ ਵਧੀ ਵੀ ਹੈ। ਇੰਗਲੈਂਡ ਨਾਲ ਵੀ ਹੈ, ਉੱਥੇ ਵੀ ਇਹ ਲੋਕ ਖਾਸੇ ਐਕਟਿਵ ਹੈਗੇ। ਹੁਣ ਜਿਹੜਾ ਜਵਾਬ ਉਧਰੋਂ ਆਇਆ ਉਹ ਵੀ ਇੰਟਰਸਟਿੰਗ ਹੈ ਨਾ। ਜਸਟਿਨ ਟਰੂਡੋ ਨੇ ਕਿਹਾ ਵੀ ਸਾਡਾ ਤਾਂ ਫਰੀडम ਆਫ ਐਕਸਪ੍ਰੈਸ਼ਨ ਹੈ, ਫਰੀडम ਮੀਡੀਆ ਫਰੀ ਹੈ, ਪੀਸਫੁਲੀ ਕੋਈ ਵੀ ਆਪਣਾ ਵਿਊ ਹਰ ਢੰਗ ਦਾ ਰੱਖ ਸਕਦਾ ਹੈ, ਸਾਡੇ ਪੂਰਨ ਆਜ਼ਾਦੀ ਹੈ। ਤੇ ਇਹ ਹੋਰ ਮੁਲਕਾਂ ਤੋਂ ਵੀ ਕਈ ਵਾਰੀ ਗੱਲ ਆਈ ਹੈ ਜਿੱਥੇ ਵੀ ਪ੍ਰੋਟੈਸਟ ਕੀਤਾ ਜਾਂਦਾ ਹੈ। ਹੁਣ ਉਹ ਕਹਿੰਦੇ ਵੀ ਸਾਡੇ ਤਾਂ ਫਰੀडम ਹੈ ਪੂਰੀ। ਐਗਜ਼ਾਮਪਲ ਹੈ ਕਿਊਬੈਕ ਨੇ ਕਿਹਾ ਵੀ ਅਸੀਂ ਅਲੱਗ ਹੋਣਾ, ਕੈਨੇਡਾ ਦਾ ਪ੍ਰੋਵਿੰਸ ਹੈ, ਉਹ ਕਹਿੰਦੇ ਵੋਟਾਂ ਪਾ ਲਓ ਬਈ। ਇੰਗਲੈਂਡ ਦੇ ਵਿੱਚ ਸਕਾਟਲੈਂਡ ਕਹਿੰਦਾ ਵੀ ਅਸੀਂ ਅਲੱਗ ਹੋਣਾ, ਕਹਿੰਦੇ ਰੈਫਰੈਂਡਮ ਕਰ ਲਓ। ਉਹ ਮੈਚੁਰ ਡੈਮੋਕ੍ਰੇਸੀਜ਼ ਇਸ ਚੀਜ਼ ਨੂੰ ਅਲਾਉ ਕਰਦੀ ਹੈ, ਸਾਡੇ ਇਹ ਸਿਚੁਏਸ਼ਨ ਨਹੀਂ ਹੈ, ਸਾਡੇ ਸਿਸਟਮ ਵੱਖਰਾ ਹੈ। ਲੇਕਿਨ ਹੁਣ ਗੱਲ ਇਹ ਕਿ ਇਹ ਇਸ਼ੂ ਕੈਨੇਡਾ ਤੇ ਇੰਗਲੈਂਡ ਵਗੈਰਾ ਮੁਲਕਾਂ 'ਚ ਕਿਉਂ ਹੈ? ਕੱਲ ਉੱਥੇ ਰੈਫਰੈਂਡਮ ਸਰੀ ਦੇ ਵਿੱਚ ਹੋਇਆ, ਔਰ ਜਿਹੜੀ ਉੱਥੋਂ ਵੀਡੀਓਜ਼ ਆਈਆਂ ਤੇ ਖਬਰਾਂ ਛਪੀਆਂ, ਜਿਹੜੀਆਂ ਉੱਥੇ ਸਾਡੇ ਪੰਜਾਬੀ ਜਰਨਲਿਸਟ ਹੈਗੇ ਆ ਉਹ ਰਿਪੋਰਟ ਕਰ ਰਹੇ ਆ, ਤੇ ਉਹਦੇ ਵਿੱਚ ਜਿਹੜੀ ਲਾਸਟ ਫਿਗਰ ਦਿੱਤੀ ਸੀ ਉਹਨਾਂ ਨੇ ਉਹ ਆਲਮੋਸਟ 1.25 ਲੱਖ ਸੀ ਕਿ ਇੰਨੇ ਲੋਕਾਂ ਨੇ ਪਾਰਟਿਸਿਪੇਟ ਕੀਤਾ। ਇਹ ਕਿਉਂ ਹੈ? ਇਹ ਉਸੇ ਗੁਰਦੁਆਰੇ 'ਚ ਰੈਫਰੈਂਡਮ ਹੋਇਆ ਸਰੀ ਦੇ ਵਿੱਚ, ਵੋਟਾਂ ਪਈਆਂ, ਜਿੱਥੇ ਜਿਹਦਾ ਇੰਚਾਰਜ ਹਰਦੀਪ ਸਿੰਘ ਨੇਜਰ ਸੀ, ਜਿਹਨੇ ਗੋਲੀਆਂ ਮਾਰੀਆਂ ਪਿੱਛੇ। ਲੋਕਾਂ ਨੇ ਗੁੱਸਾ ਵੀ ਹੈ ਸਾਰੀ ਗੱਲ ਤੇ ਆ ਕੇ। ਸੋ ਇਹ ਸਾਰੇ ਐਸਪੈਕਟ ਹੈਗੇ ਆ। ਗੁਰਪਤਵੰਤ ਸਿੰਘ ਪੰਨੂ, ਉਹ ਤੋਂ ਇਹ ਮੂਵਮੈਂਟ ਚੱਲੀ ਸੀ, ਜਦੋਂ ਸਰਕਾਰ ਨੇ ਨੋਟਿਸ ਲੈਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਉਹਦੀ ਇੰਪੋਰਟੈਂਸ ਬਣਨੀ ਸ਼ੁਰੂ ਹਰ ਲੈਵਲ ਤੇ ਹੋਣੀ ਸ਼ੁਰੂ ਹੋ ਗਈ। ਪਹਿਲਾਂ ਉਹ ਇੱਕ ਨਾਨ ਸੀਰੀਅਸ ਫਿਗਰ ਲਿਆ ਜਾ ਰਿਹਾ ਸੀ, ਔਰ ਜਿਹੜਾ ਇਹ ਰੈਫਰੈਂਡਮ ਸੋ ਕਾਲਡ ਹੈਗਾ ਇਹ ਨਾਨ ਬਾਈਂਡਿੰਗ ਹੈ, ਇਹਦੀ ਕੋਈ ਵੈਲਿਊ ਨਹੀਂ ਕਿਤੇ ਵੀ, ਇੱਕ ਸਿਆਸੀ ਸ਼ੋਸ਼ੇਬਾਜ਼ੀ ਹੈ ਮੈਂ ਕਹੂੰਗਾ। ਸੋ ਗੱਲ ਤਾਂ ਇਹ ਹੈ ਕਿ PM ਜਦੋਂ ਟੇਕ ਅਪ ਕਰਦੇ ਆ ਇਹ ਇਸ਼ੂ ਕੈਨੇਡਾ ਨਾਲ, ਇਹ ਵੀ ਦੇਖੋ ਵੀ ਇਹਦੀਆਂ ਰੂਟਸ ਕਿੱਥੇ ਹੈਗੀ। ਰੂਟਸ ਤਾਂ ਹਿੰਦੁਸਤਾਨ ਦੇ ਵਿੱਚ ਹੈ ਨਾ,
ਪੰਜਾਬ ਦੇ ਵਿੱਚ ਹੈ, ਜੀ ਉਹ ਨੈਰੇਟਿਵ ਜਿਹੜੀ ਬਿਲਡ ਸਟਰਗਲ ਚੱਲੀ, ਹੁਣ ਤਾਂ ਤੁਸੀਂ ਰੋਜ਼ ਹੀ ਖਬਰਾਂ ਦੇ ਦਿੰਦੇ ਵੀ ਇਹਨੇ ਖਾਲਿਸਤਾਨ ਐਕਟਿਵਿਸਟ ਅਸੀਂ ਫੜ ਲਏ, ਉਹ ਫਲਾਨਾ ਪਾਕਿਸਤਾਨ 'ਚ ਬੈਠਾ ਉਹਦੇ ਸਾਥੀ ਸੀਗੇ। ਪਿਛਲੇ 2 ਮਹੀਨੇ ਮੇਰਾ ਖਿਆਲ ਹੈ 25-30 ਅਰੈਸਟਾਂ ਤਾਂ ਇਸੇ ਨਾਂ ਤੇ ਹੋਈਆਂ। ਇਹਦਾ ਮਤਲਬ ਹੈ ਕਿ ਸਾਰਾ ਕੁਝ ਉਸ ਤਰ੍ਹਾਂ ਹੀ ਕਾਇਮ ਹੈ। 40,000 ਬੰਦਾ ਮਰ ਗਿਆ, ਉਸ ਤੋਂ ਬਾਅਦ ਵੀ ਜੇ ਰੋਜ਼ ਤੁਹਾਡੀ ਪੁਲਿਸ ਇੱਥੇ ਵੀ ਲੋਕ ਫੜ ਰਹੀ ਹੈ ਤੇ ਨੈਰੇਟਿਵ ਕਾਇਮ ਹੈ ਤੇ ਬਾਹਰ ਲੋਕ ਉਸ ਤਰ੍ਹਾਂ ਹੀ ਇਹਦੇ ਨਾਲ ਬੱਝੇ ਹੋਏ ਹੈ, ਤੇ ਸਾਰੀ ਗੱਲ ਤੇ ਕੁਐਸਚਨ ਮਾਰਕ ਹੈ ਜਦ ਤੱਕ ਕਲੋਜ਼ਰ ਨਹੀਂ ਹੁੰਦਾ। ਮੈਂ ਉੱਥੇ ਆਉਣ ਲੱਗੀ ਹਾਂ, ਇਸ਼ੂ ਕਲੋਜ਼ਰ ਹੈ। ਕਲੋਜ਼ਰ ਦਾ ਕੀ ਮਤਲਬ ਹੈ? ਇਨਸਾਫ। ਜਿੰਨੇ ਹਿੰਦੂ ਸਿੱਖ ਮਰੇ ਹੈ ਉਹਨਾਂ ਸਾਰਿਆਂ ਨੂੰ ਇਨਸਾਫ ਮਿਲੇ। ਜਿਨ੍ਹਾਂ ਪੇਰੈਂਟਸ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਪੁੱਤ ਕਿੱਧਰ ਗਏ, ਜਿਹੜੀਆਂ ਅਣਪਛਾਤੀਆਂ ਲਾਸ਼ਾਂ, ਤੇ ਸੁਪਰੀਮ ਕੋਰਟ ਨੇ ਵੀ ਮੰਨਿਆ ਜਦੋਂ ਖਾਲੜਾ ਨੇ ਜਿਹੜੇ ਕੇਸ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਇਨਕੁਆਇਰੀ ਕਰਕੇ 3 ਕ੍ਰਿਮੀਨਲ ਗਰਾਊਂਡ ਤੋਂ ਜਿਹੜੇ ਕੇਸ ਟੇਕਅਪ ਕੀਤੇ ਸੀਗੇ, ਉਹ ਤਾਂ ਸੁਪਰੀਮ ਕੋਰਟ ਨੇ ਉਹਨਾਂ ਦੇ ਕੰਪਨਸੇਸ਼ਨ ਅਨਾਉਂਸ ਕੀਤਾ ਸੀਗਾ, ਉਹ ਤਾਂ ਪ੍ਰੂਵ ਹੋ ਗਿਆ। ਲੇਕਿਨ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਇਨਕੁਆਇਰੀ ਕਿਉਂ ਨਹੀਂ ਹੋਈ? ਜਦੋਂ ਮੈਂ ਕਲੋਜ਼ਰ ਦੀ ਗੱਲ ਕਰਦਾ, ਸਟੇਟ ਗੌਰਮੈਂਟ ਨੇ, ਪੰਜਾਬ ਸਰਕਾਰ ਨੇ ਇਨਕੁਆਇਰੀ ਆਰਡਰ ਕਿਉਂ ਨਹੀਂ ਕੀਤੇ? ਇਹ ਸਾਰੇ ਹੀ ਕਸੂਰਵਾਰ ਹੈਗੇ ਆ। ਜੜ ਇੱਥੇ ਹੈ। ਜੇ ਇੰਗਲੈਂਡ 30 ਸਾਲ ਬਾਅਦ ਇਹ ਰਿਕਾਰਡ ਡੀਕਲਾਸੀਫਾਈ ਕਰਦਾ ਹੈ ਕਿ ਗੌਰਮੈਂਟ ਆਫ ਇੰਡੀਆ ਨੇ ਬਲੂ ਸਟਾਰ ਤੋਂ ਪਹਿਲਾਂ ਉਹਨਾਂ ਦੀ ਕੰਸਲਟੇਸ਼ਨ ਲਈ ਸੀਗੀ ਸਿਕਿਉਰਿਟੀ ਏਜੰਸੀਜ਼ ਦੀ, ਤੇ ਅਸੀਂ ਆਪਰੇਸ਼ਨ ਬਲੂ ਸਟਾਰ ਦਾ ਜਿਹੜਾ ਸਾਰਾ ਰਿਕਾਰਡ ਹੈ ਉਹ ਡੀਕਲਾਸੀਫਾਈ ਕਿਉਂ ਨਹੀਂ ਕਰਦੇ? ਲੋਕਾਂ ਨੂੰ ਪਤਾ ਲੱਗੇ ਕਿ ਕੀ ਹੋਇਆ ਸੀਗਾ ਜੀ। ਸੋ ਜਦ ਤੱਕ ਇਹ ਕਲੋਜ਼ਰ ਇਨੀਸ਼ੀਏਟ ਨਹੀਂ ਹੁੰਦਾ, ਉਦੋਂ ਤੱਕ ਜਿਹੜਾ ਡਾਇਸਪੋਰਾ ਵੀ ਹੈ ਉਹ ਵੀ ਐਕਟਿਵ ਰਹੇਗਾ। ਤੇ ਇਹ ਉਹਨਾਂ ਮੁਲਕਾਂ ਦੇ ਵਿੱਚ ਜੇ ਉਹਨਾਂ ਦੀ ਫਰੀडम ਹੈਗੀ ਹੈ ਤੇ ਉਹ ਵਿਦਨ ਆਪਣੇ ਫਰੇਮਵਰਕ, ਜੇ ਉਹ ਪ੍ਰੋਟੈਸਟ ਕਰ ਰਹੇ ਆ ਤਾਂ ਉਹ ਸਰਕਾਰਾਂ ਉਹਨਾਂ ਨੇ ਕੁਝ ਨਹੀਂ ਕਹਿਣਗੀਆਂ, ਉਹਨਾਂ ਨੂੰ ਉਸ ਫਰੇਮਵਰਕ ਦੇ ਦੇਖਣਾ ਪਏਗਾ। ਜੀ ਸਰਦਾਰ ਹਰਮੀਤ ਸਿੰਘ ਜੀ, ਇੱਕ ਸੰਖੇਪ ਤੇ ਭਾਵਪੂਰਤ ਟਿੱਪਣੀ ਤੁਹਾਡੀ ਇੱਥੇ ਮੈਂ ਜ਼ਰੂਰ ਚਾਹੂੰਗਾ। ਜਿਹੜਾ ਇਹ ਮਾਮਲਾ ਮਤਲਬ ਕੈਨੇਡਾ ਦਾ ਮਾਮਲਾ ਜਾਂ ਇੱਥੇ, ਮੈਨੂੰ ਲੱਗਦਾ ਕਿ ਸਾਰੇ ਕਿਤੇ ਇੱਕ ਇਸ਼ੂ ਹੈਗਾ ਤੇ ਇੱਕ ਫ੍ਰਿੰਜ ਲੋਕਾਂ ਦਾ, ਮੈਜੋਰਿਟੀ ਲੋਕਾਂ ਦਾ ਇਸ਼ੂ ਅਜੇ ਐ ਨਹੀਂ ਹੈ ਕਿ ਉਹ ਆਰਮਡ ਸਟਰਗਲ ਚਾਹਣ ਜਾਓ ਖਾਲਿਸਤਾਨ ਨਾਲ ਜਾ, ਪਰ ਖਾਲਿਸਤਾਨ ਇੱਕ ਇਸ਼ੂ ਹੈ, ਇੱਕ ਮੁੱਦੇ ਚੋਂ ਨਿਕਲਿਆ। ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ, ਉਸ ਤੋਂ ਬਾਅਦ ਇੱਕ ਮੋਰਚਾ ਲੱਗਿਆ, ਮੋਰਚੇ ਦੇ ਵਿੱਚੋਂ ਇੱਕ ਮੂਵਮੈਂਟ ਬਣਦੀ ਹੈ, ਉਹ ਖੁੱਲਾ ਖੇਡ ਉਸ ਲੈਵਲ ਦਾ ਪਿਆ। ਜਿੱਥੋਂ ਤੱਕ ਵੈਸਟਰਨ ਡੈਮੋਕ੍ਰੇਸੀ ਦੀ ਆਪਾਂ ਗੱਲ ਕਰਦੇ ਆ, ਉਹ ਕਾਫੀ ਹੱਦ ਤੱਕ ਨੇੜੇ ਨੇ ਆਪਣੇ ਵਿਧਾਨਕ ਹੱਕਾਂ ਦੇ ਤੇ ਪ੍ਰੈਕਟਿਸ ਦੇ ਵਿੱਚ। ਉਹ ਉਨਾ ਚਿਰ ਹੱਕ ਦਿੰਦੇ ਨੇ ਲੋਕਾਂ ਨੂੰ ਜਿੰਨਾ ਚਿਰ ਉਹ ਪੀਸਫੁਲ ਤਰੀਕੇ ਦੇ ਨਾਲ ਗੱਲ ਕਰਦਾ, ਕੋਈ ਵੀ ਆਪਣੀ ਗੱਲ ਕਰੇ। ਸਾਡਾ ਵੀ ਸੰਵਿਧਾਨ ਤੇ ਸਾਡੀ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਉਹ ਹੱਕ ਦਿੰਦੀਆਂ ਨੇ ਕਿ ਠੀਕ ਹੈ ਪੀਸਫੁਲ ਤੁਸੀਂ ਆ ਜਿਹੜਾ ਆ ਤਾਂ ਕੇਸ ਸਾਡੇ ਪੰਜਾਬ ਦਾ ਹੀ ਹੈ, ਕਾਫੀ ਬਲਵੰਤ ਸਿੰਘ ਸਾਹਪੁਰ ਤੇ ਵਰਸਸ ਸਟੇਟ ਆਫ ਪੰਜਾਬ ਕੇਸ, ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਇੱਥੇ 17 ਸੈਕਟਰ ਚੋਂ ਨਾਅਰੇ ਲਾ ਦਿੰਦੇ ਨੇ ਖਾਲਿਸਤਾਨ ਦੇ ਤੇ ਬਾਕੀ ਚੀਜ਼ਾਂ, ਉਹਨਾਂ ਦੇ ਖਿਲਾਫ ਕੇਸ ਪਿਆ ਦੇਸ਼ ਧਰੋਹੀ ਦਾ, ਤੇ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਕਿ ਕੋਈ ਦੇਸ਼ ਧਰੋਹ ਨਹੀਂ ਹੈ। ਜੇਕਰ ਪੀਸਫੁਲ ਤਰੀਕੇ ਦੇ ਨਾਲ ਕੋਈ ਵੱਖਰੇ ਰਾਜ ਦੀ ਵੀ ਗੱਲ ਕਰਦਾ ਹੈ, ਪੀਸਫੁਲ ਤਰੀਕੇ ਨਾਲ ਉਹਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਜੇ ਉਹ ਦੂਜੇ ਕਿਸੇ ਖਿਲਾਫ, ਧਰਮ ਦੇ ਖਿਲਾਫ ਨਫ਼ਰਤ ਨਹੀਂ ਫੈਲਾਉਂਦਾ ਤੇ ਦੂਜਾ ਕਿਸੇ ਨੂੰ ਹਥਿਆਰਬੰਦ ਹੋ ਕੇ ਉਕਸਾ ਕੇ ਹਿੰਸਾ ਕਰਨ ਲਈ ਪ੍ਰੇਰਿਤ ਨਹੀਂ ਕਰਦਾ, ਤੇ ਤੁਸੀਂ ਇਹ ਗੱਲ ਕਰ ਸਕਦੇ। ਪਰ ਸਾਡੇ ਜਿਹੜਾ ਬਹੁਤ ਬੜਾ ਗੈਪ ਹੈ ਹਜੇ ਸੰਵਿਧਾਨ ਦੇ ਵਿੱਚ ਦਿੱਤੀਆਂ ਗਰੰਟੀਆਂ ਦਾ ਤੇ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਦਾ ਤੇ ਸਰਕਾਰੀ ਅਮਲ ਦਾ, ਉਹ ਸੱਤਾਧਾਰੀ ਧਿਰਾਂ ਪੋਲੀਟੀਕਲ ਵੀ, ਉਹ ਐਡਮਿਨਿਸਟ੍ਰੇਸ਼ਨ ਵੀ, ਅਸੀਂ ਉਹਦੀ ਵੀ ਕਦਰ ਨਹੀਂ ਕਰਦੇ ਉਸ ਪੱਧਰ ਦੇ ਉੱਤੇ। ਜਿਵੇਂ ਹੁਣ ਝੂਠਾ ਪੁਲਿਸ ਮੁਕਾਬਲਾ ਵੀ ਹੈ, ਸੰਵਿਧਾਨ ਥੋੜੀ ਕਹਿੰਦਾ ਝੂਠਾ ਪੁਲਿਸ ਮੁਕਾਬਲਾ ਬਣਾਓ, ਕਾਨੂੰਨ ਦੀ ਨਜ਼ਰ ਦੇ ਵਿੱਚ ਤਾਂ ਸਜ਼ਾ ਹੋਣੀ ਚਾਹੀਦੀ ਹੈ ਬੰਦੇ ਨੂੰ ਜਿਹੜਾ ਨੇ ਇਹ ਕੀਤਾ। ਉਹਦੇ ਵਿੱਚ ਜਦੋਂ ਐਡਾ ਵੱਡਾ ਗੈਪ ਪੈਂਦਾ ਹੈ ਤਾਂ ਤੁਸੀਂ ਦੇਖੋ ਕਿ ਆਉਂਦੇ ਆਉਂਦੇ ਸਾਡੇ ਦੇਸ਼ ਦੇ ਵਿੱਚ ਹਾਲਾਤ ਕੀ ਹੋ ਗਿਆ ਕਿ ਸੰਵਿਧਾਨ ਬਚਾਓ ਮੋਰਚੇ ਹੋਣੇ ਸ਼ੁਰੂ ਹੋ ਗਏ ਨੇ। ਜਿਵੇਂ ਤਾਂ ਸੰਵਿਧਾਨ ਦੀ ਵੀ ਗੱਲ ਨਹੀਂ ਚੱਲਦੀ, ਕੁਝ ਨਹੀਂ ਹੋ ਰਿਹਾ, ਕੋਈ ਲਾ ਰੂਲ ਆਫ ਲਾ ਨਹੀਂ। ਸਾਡੇ ਵੀ ਦੋਵੇਂ ਤਰ੍ਹਾਂ ਇਹ ਗੱਲ ਨੂੰ ਪਰਖਿਆ ਜਾ ਰਿਹਾ ਜਾਂ ਅਮਲ ਵਿੱਚ ਲਿਆਂਦਾ ਜਾ ਰਿਹਾ। ਕੁਝ ਉਹ ਸੱਜਣ ਨੇ ਜਿਹੜੇ ਖਾਲਿਸਤਾਨ ਦੀ ਓਪਨ ਡਿਮਾਂਡ ਕਰਦੇ ਨੇ, ਹਰ ਵਾਰ ਕਰਦੇ ਨੇ, ਪ੍ਰੋਟੈਸਟ ਕਰਦੇ ਨੇ, ਸੈਮੀਨਾਰ ਕਰਦੇ ਨੇ, ਬਾਕੀ ਤੇ ਸਟੇਟ ਨੇ ਇਹ ਮੰਨ ਲਿਆ ਵੀ ਚਲੋ ਕੋਈ ਗੱਲ ਨਹੀਂ, ਇਹਨਾਂ ਦਾ ਤਾਂ ਰਾਈਟ ਹੈ ਤੇ ਉਹ ਕਰਦੇ ਵੀ ਨੇ, ਕੋਈ ਉਸ ਲੈਵਲ ਦੀ ਕਾਰਵਾਈ ਨਹੀਂ। ਮਸਲ ਸਿਮਰਜੀਤ ਮਾਨ ਨੇ ਕਰਦੇ ਨੇ, ਦਲ ਖਾਲਸਾ ਕਰਦੇ ਨੇ, ਪਰ ਉਹੀ ਸਟੇਟ ਸਾਡੇ ਕਿੰਨੇ ਨੌਜਵਾਨਾਂ ਦੇ ਮੁਕਾਬਲੇ ਕਿਸੇ ਇੱਕ ਕੰਧ ਤੇ ਨਾਰਾ ਲਿਖਦੇ ਚੱਕ ਕੇ ਉਹਦੇ ਦੇਸ਼ ਧਰੋਹੀ ਦਾ ਕੇਸ ਪਾ ਦਿੰਦੇ ਨੇ। ਉਹ ਕਿਤੇ ਉਹਦੇ ਝੋਲੇ ਚੋਂ ਕਿਤਾਬ ਫੜੀ ਜਾਵੇ ਚੱਕ ਕੇ ਕੇਸ ਪਾ ਦਿੰਦੇ ਨੇ।
ਇਹ ਕਿਉਂ ਸਟੈਂਡ ਨੇ? ਮੈਨੂੰ ਇਹ ਸਮਝਦੇ ਉਹ ਕੀ ਤੁਸੀਂ ਉਸ ਗੱਲ ਨੂੰ ਪੈਸਿਵ ਕਰ ਰਹੇ ਹੋ ਜਾਂ ਉਸ ਗੱਲ ਨੂੰ ਜ਼ਿਆਦਾ ਹਵਾ ਦੇ ਰਹੇ ਹੋ ਕਿ ਬੰਦੇ ਕਿਧਰੇ ਹੋਰ ਜਾਣ? ਜਦੋਂ ਤੁਸੀਂ ਆਪਣੇ ਹੀ ਕਾਨੂੰਨ ਤੇ ਆਪਣੇ ਸੰਵਿਧਾਨ ਦੇ ਮੁਤਾਬਕ ਵੀ ਐਕਟ ਨਹੀਂ ਕਰਦੇ, ਤੁਸੀਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਨੂੰ ਰੋਕਣ ਜਾ ਰਹੇ ਹੋ, ਕਹਿ ਰਹੇ ਹੋ, ਉਹਨੂੰ ਹੋਰ ਵਧਾ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਲਟਾ ਖੜਾ ਕਰ ਰਹੇ ਹੋ। ਜਿਵੇਂ ਗੁਰਪ੍ਰਤਾਪ ਪੰਨੂ ਹੈ, ਜਦੋਂ ਉਹਦੇ ਗੱਲ ਕਹੀ ਗਈ ਗੱਲ ਤੇ ਪੰਜਾਬ ਦਾ ਚੀਫ ਮਿਨਿਸਟਰ, ਕੇਂਦਰੀ ਸਰਕਾਰ ਦਾ ਹੋਮ ਮਿਨਿਸਟਰ ਇਹ ਰਿਐਕਟ ਕਰਦੇ ਨੇ, ਤਾਂ ਵੱਡਾ ਬੰਦਾ ਕੌਣ ਬਣਦਾ? ਤਾਂ ਪੰਨੂ ਵੱਡਾ ਬਣਦਾ ਨਾ, ਛੋਟਾ ਥੋੜੀ ਬਣਦਾ ਇਸ ਮਾਮਲੇ 'ਚ ਕਰਕੇ ਵੀ ਯਾਰ ਦੇਖੋ ਇਹ ਤਾਂ ਬਾਕੀ ਤਾਂ ਇਹ ਕਿਸੇ ਦਾ ਜਵਾਬ ਨਹੀਂ ਦਿੰਦੇ। ਇੱਥੇ 50,000 ਬੰਦੇ ਦਸਤਖਤ ਕਰਾ ਕੇ ਲੈ ਜਾਣ, ਉਹਨੂੰ ਤੁਸੀਂ ਮੀਟਿੰਗ ਨਹੀਂ ਦਿੰਦੇ, ਉਹਦੇ ਨਾਲ ਤੁਸੀਂ ਗੱਲ ਨਹੀਂ ਕਰਦੇ। ਇਹਦਾ ਮਤਲਬ ਜਨਤਕ ਭਾਵਨਾਵਾਂ ਦੇ ਮੁਕਾਬਲੇ ਤੁਸੀਂ ਕੁਝ ਬੰਦਿਆਂ ਨੂੰ ਕ੍ਰੀਏਟ ਕਰਨ ਦੇ ਵਿੱਚ ਰੋਲ ਪਲੇ ਕਰਦੇ ਹੋ, ਜਿਹਦੇ ਨਾਲ ਤੁਹਾਡੀ ਪੋਲਿਟਿਕਸ ਸਿੱਧੀ ਜਾਂਦੀ ਹੈ, ਤੁਹਾਡੀ ਵੋਟ ਬੈਂਕ ਕਿਸੇ ਨਾ ਕਿਸੇ ਢੰਗ ਨਾਲ ਜੁੜੀ ਹੁੰਦੀ ਹੈ। ਤੁਸੀਂ ਆਪਣੇ ਦੇਸ਼ 'ਚ ਸਿਕਿਉਰਿਟੀ ਸਟੇਟ ਬਣਾਉਣ ਵਾਲਿਆਂ ਨੂੰ ਜ਼ਿਆਦਾ ਤਵੱਜੋ ਦੇ ਰਹੇ ਹੋ, ਇਹਦੀ ਡੈਮੋਕ੍ਰੇਟਾਈਜੇਸ਼ਨ ਕਰਨ ਦੀ ਬਜਾਏ। ਜੇ ਇਹਦੀ ਡੈਮੋਕ੍ਰੇਟਾਈਜੇਸ਼ਨ ਵੱਲ ਅਸੀਂ ਸੁਸਾਇਟੀ ਦੀ ਚੱਲੀਏ ਤਾਂ ਇਹੋ ਜਿਹੀਆਂ ਚੀਜ਼ਾਂ ਫਿਰਦੀਆਂ ਵੀ ਰਹਿਣ, ਜਿਹੜੇ ਬੰਦੇ ਆਪੋ ਆਪਣੀ ਗੱਲ ਕਰਨਗੇ ਤੇ ਉਹ ਲੌਜਿਕ ਦੇ ਰਾਹੀਂ ਡਿਫੀਟ ਹੋ ਜਾਣਗੇ ਆਪਣੇ ਤਰੀਕੇ ਦੇ ਨਾਲ। ਮੇਰਾ ਖਿਆਲ ਹੈ ਉਹ ਸਿੱਖਾਂ 'ਚ ਹੀ ਬਹੁਤ ਬੜੀ ਡਿਬੇਟ ਹੋ ਜਾਏਗੀ ਆਪਣੇ ਤਰੀਕੇ ਦੇ ਨਾਲ, ਡੈਮੋਕ੍ਰੇਟਿਕਲੀ, ਜੇਕਰ ਇਹ ਕੀਤਾ ਜਾਏ ਕਿ ਖਾਲਿਸਤਾਨ ਚਾਹੀਦਾ ਜਾਂ ਨਹੀਂ ਚਾਹੀਦਾ, ਸਾਨੂੰ ਕਿਹੜਾ ਤਰੀਕਾ ਚਾਹੀਦਾ, ਕੀ ਫੈਡਰਲ ਸਟਰਕਚਰ ਚਾਹੀਦਾ ਨਹੀਂ ਚਾਹੀਦਾ, ਕੀ ਚੀਜ਼ਾਂ ਚਾਹੀਦੀਆਂ ਨੇ, ਉਹ ਡਿਬੇਟ ਹੋਣ ਦਿਓ ਖੁੱਲੀ ਉਸ ਤਰੀਕੇ ਦੇ ਨਾਲ, ਜਿਹੜਾ ਕੋਈ ਹਿੰਸਾ ਤੱਕ ਨਹੀਂ ਪਹੁੰਚਾਉਂਦਾ, ਜਿਹੜਾ ਬਾਕੀ ਤੱਕ ਨਹੀਂ। ਉੱਥੇ ਐਡਾ ਵੱਡਾ ਰਿਐਕਸ਼ਨ ਕਿਉਂ ਤੁਸੀਂ ਬਾਰ-ਬਾਰ ਇਹ ਕਰਦੇ ਹੋ, ਜਾਂ ਉਹਨੂੰ ਦਬਾ ਕੇ ਟਰਾਈ ਕਿਉਂ ਕਰਦੇ ਹੋ ਕਿ ਇਹ ਦਬਾ ਕੇ ਰਹੇਗੀ? ਇਸ ਲਈ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਸਾਡੀ ਸਰਕਾਰਾਂ ਦੀ ਇਹ ਹੋਣੀ ਚਾਹੀਦੀ ਹੈ ਕਿ ਜਿੰਨਾ ਸੰਵਿਧਾਨ 'ਚ ਕੋਈ ਦਿੱਤੀ ਗਈ ਗੱਲ ਹੈ ਹਿਊਮਨ ਰਾਈਟਸ ਦੀ, ਡੈਮੋਕ੍ਰੇਸੀ ਦੀ, ਬਾਕੀ ਉਹ ਤਾਂ ਲਾਗੂ ਕਰ ਲਓ। ਜਦੋਂ ਉਹ ਲਾਗੂ ਕਰ ਲਏ ਤਾਂ ਅਗਲੀ ਡੈਮੋਕ੍ਰੇਟਿਕ ਹੋਰ ਨਵੀਆਂ ਚੀਜ਼ਾਂ ਲਈ ਅਸੀਂ ਜਾਵਾਂਗੇ। ਜਦੋਂ ਤੁਸੀਂ ਉਹ ਵੀ ਲਾਗੂ ਨਹੀਂ ਕਰਦੇ ਤਾਂ ਲੋਕਾਂ ਦੀਆਂ ਭਾਵਨਾਵਾਂ ਭੜਕਦੀਆਂ ਨੇ, ਗੁੱਸਾ ਵੱਧਦਾ ਹੈ ਤੇ ਉਹ ਹੋਰ ਤਰੀਕੇ ਨਾਲ ਰਿਐਕਟ ਕਰਨਾ ਸ਼ੁਰੂ ਕਰਦੇ ਨੇ। ਅਗਲੇ ਮੁੱਦੇ ਤੇ ਜਾਣ ਤੋਂ ਪਹਿਲਾਂ ਇੱਕ ਖਬਰ ਫਲੈਸ਼ ਹੋ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤਗੜਾ ਝਟਕਾ ਲੱਗਿਆ। ਸੁਖਬੀਰ ਸਿੰਘ ਬਾਦਲ ਔਰ ਬਿਕਰਮ ਸਿੰਘ ਮਜੀਠੀਆ ਦੇ ਨੇੜਲੇ ਸਾਥੀ ਗੁਰਪ੍ਰਤਾਪ ਸਿੰਘ ਟਿੱਕਾ, ਜਿਨ੍ਹਾਂ ਨੇ ਯੂਥ ਵਿੱਚ ਬਹੁਤ ਸਮਾਂ ਲਾਇਆ, ਇੱਕ ਵਾਰ ਉਹ ਇਲੈਕਸ਼ਨ ਵੀ ਲੜ ਚੁੱਕੇ ਨੇ, ਔਰ ਦੂਜੇ ਗੁਰਸ਼ਰਨ ਸਿੰਘ ਸ਼ੀਨਾ, ਜਿਹੜੇ ਕਿ ਸੱਜਾ ਹੱਥ ਮੰਨੇ ਜਾਂਦੇ ਬਿਕਰਮ ਸਿੰਘ ਮਜੀਠੀਆ ਦਾ, ਦੋਨਾਂ ਨੇ ਆਪਣੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਅਜੇ ਲੰਘੇ ਦਿਨ ਹੀ ਕੁਝ ਹਲਕਾ ਇੰਚਾਰਜ ਲਾਏ ਗਏ ਆ ਵਿਧਾਨ ਸਭਾਵਾਂ ਦੇ, ਔਰ ਬਹੁਤ ਸਾਰੀਆਂ ਪਾਰਲੀਮਾਨੀ ਸੀਟਾਂ ਤੇ ਇੰਚਾਰਜ ਵੀ ਲਾਏ ਗਏ ਆ। ਸੋ ਇਸੇ ਦੌਰਾਨ ਦੇ ਵਿੱਚ ਦੋ ਅਹਿਮ ਵਿਅਕਤੀਆਂ ਵੱਲੋਂ ਮਾਝੇ ਦੀ ਰਾਜਨੀਤੀ ਵਿੱਚ ਇਹ ਹਲਚਲ ਪੈਦਾ ਕਰ ਦੇਣਾ ਕਾਫੀ ਵੱਡਾ ਮਾਮਲਾ। ਔਰ ਜਦੋਂ ਕੋਈ ਪਾਰਟੀ ਸੰਕਟ ਵਿੱਚ ਹੋਵੇ, ਇਸ ਤਰ੍ਹਾਂ ਦਾ ਇੱਕ ਝਟਕਾ ਵੀ ਜਿਹੜੇ ਬਹੁਤ ਸਾਰੇ ਦੁਬਿਧਾ 'ਚ ਪਏ ਹੁੰਦੇ ਆ ਲੀਡਰ, ਉਹਨਾਂ ਨੂੰ ਵੀ ਇਕਸਾਉਂਦੀ ਹੈ ਕਿ ਤੁਸੀਂ ਵੀ ਅੱਗੇ ਆਓ। ਪਿਛਲੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਘਰੇ ਕਾਫੀ ਦੇਰ ਬਿਤਾਇਆ। ਉਸ ਤੋਂ ਬਾਅਦ ਉਹਨਾਂ ਨੂੰ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀ ਲਾਇਆ ਗਿਆ। ਸੋ ਮੈਨੂੰ ਲੱਗਦਾ ਹੈ ਕਿ ਇਹ ਇੱਕ ਮਾਮਲਾ ਇਸ ਤਰ੍ਹਾਂ ਦਾ ਨਹੀਂ, ਕਈ ਮਾਮਲੇ ਹੋਰ ਵੀ ਹੋ ਸਕਦੇ। ਮੈਂ ਸਰਦਾਰ ਜਗਤਾਰ ਸਿੰਘ ਜੀ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਤੁਸੀਂ ਅੰਮ੍ਰਿਤਸਰ 'ਚ ਸਮਾਂ ਬਿਤਾਇਆ, ਅੰਮ੍ਰਿਤਸਰ ਦੀ ਰਾਜਨੀਤੀ ਜਦੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੇ ਆਉਣ ਤੋਂ ਪਹਿਲਾਂ ਬ੍ਰਹਮਪੁਰਾ, ਕੈਰੋਂ ਪਰਿਵਾਰ, ਪ੍ਰਕਾਸ਼ ਸਿੰਘ ਮਜੀਠਾ ਉਸ ਦੁਆਲੇ ਘੁੰਮਦੀ ਸੀਗੀ। ਗੁਰਦਾਸਪੁਰ ਦੇ ਵਿੱਚ ਨਿਰਮਲ ਸਿੰਘ ਕਾਹਲੋਂ, ਜਿਹੜੇ ਟੌੜਾ ਗਰੁੱਪ ਸੀ, ਬਾਅਦ 'ਚ ਬਾਦਲ ਸਾਹਿਬ ਨਾਲ ਚਲੇ ਗਏ, ਸੁੱਚਾ ਸਿੰਘ ਲੰਗਾ, ਸੇਵਾ ਸਿੰਘ ਸੇਖਵਾਂ, ਬਲਬੀਰ ਸਿੰਘ ਬਾਠ, ਪਾੜਾ ਪਰਿਵਾਰ, ਤੇ ਇਸੇ ਤਰੀਕੇ ਨਾਲ ਗੁਲਜ਼ਾਰ ਸਿੰਘ ਰਣੀਕੇ ਤੇ ਹੋਰ ਬਹੁਤ ਸਾਰੇ ਆਗੂ। ਸੋ ਇਸ ਵੇਲੇ ਝਟਕੇ ਤੇ ਝਟਕਾ ਇਹਨਾਂ 'ਚੋਂ ਬਹੁਤੇ ਹੁਣ ਸੀਨ ਤੇ ਹੈ ਨਹੀਂਗੇ। ਹੁਣ ਗੁਰਪ੍ਰਤਾਪ ਸਿੰਘ ਟਿੱਕਾ ਜਾਂ ਗੁਰਸ਼ਰਨ ਸਿੰਘ ਇੱਕ ਸੰਕੇਤ ਮਾਤਰ ਹੋ ਸਕਦੇ ਆ, ਗੱਲ ਵੱਡੀ ਵੀ ਹੋ ਸਕਦੀ ਹੈ। ਤੋਂ ਦੇਖੋ, ਇਹਨਾਂ ਜਿਹੜੇ ਤੁਸੀਂ ਨਾਂ ਲਏ ਨਾ, ਇਹਨਾਂ ਚੋਂ ਸਾਰਿਆਂ ਚੋਂ ਜਿਹੜਾ ਮਜੀਠੀਆ ਪਰਿਵਾਰ ਹੈ, ਇਹਦਾ ਕਾਂਗਰਸੀ ਪਰਿਵਾਰ ਸੀਗਾ ਸ਼ੁਰੂ ਤੋਂ ਹੀ, ਤੇ ਬਹੁਤ ਬਾਅਦ ਦੇ ਵਿੱਚ ਇਹ ਤਾਂ ਜਦੋਂ ਸੁਖਬੀਰ ਜੀ ਅੱਗੇ ਆਉਂਦੇ ਆ, ਉਸ ਤੋਂ ਬਾਅਦ ਵਰਚੁਅਲੀ, ਜਾਂ ਤੁਸੀਂ ਕਹਿ ਲਓ ਬਈ ਰਿਸ਼ਤੇਦਾਰੀ ਤੋਂ ਬਾਅਦ ਇਹ ਅਕਾਲੀ ਦਲ ਚ ਆਉਂਦੇ ਆ। ਕੈਰੋਂ ਪਰਿਵਾਰ ਵੀ ਇਸ ਤਰ੍ਹਾਂ ਹੀ ਸੀ। ਉਹ ਬਾਦਲ ਸਾਹਿਬ ਨੇ ਰਿਸ਼ਤੇਦਾਰੀਆਂ ਤਾਂ ਕਾਂਗਰਸੀ ਪਰਿਵਾਰਾਂ ਚ ਪਾਈਆਂ ਸੀ ਨਾ, ਭਾਵੇਂ ਪਾਰਟੀ ਨੂੰ ਕ੍ਰਿਟੀਸਾਈਜ਼ ਕਰਦੇ ਰਹਿੰਦੇ ਸੀਗੇ, ਤੇ ਇਹ ਉਸ ਤੋਂ ਬਾਅਦ ਸ਼ਿਫਟ ਹੁੰਦਾ। ਚਲੋ ਗੱਲ ਆਪਾਂ ਜਨਰਲ ਕਰ ਰਹੇ ਹਾਂ। ਗੱਲ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਹੈ ਕਿ ਅੱਜ ਇੰਟਰਸਟਿੰਗ ਇੱਕ ਖਬਰ ਛਪੀ ਸੀ ਪੰਜਾਬੀ ਟ੍ਰਿਬਿਊਨ 'ਚ। ਉਹਦੀ ਹੈਡਲਾਈਨ ਹੈ ਵੀ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ, ਪੰਜਾਬ ਕਮਜ਼ੋਰ ਹੋਇਆ। ਅਕਾਲੀ ਦਲ ਦੇ ਲੀਡਰ ਦੀ ਟਿੱਪਣੀ ਹੈ, ਖਬਰ ਹੈ। ਜੇ ਤੇ ਰੋਲਿੰਗ ਫੈਮਿਲੀ ਚੋਂ ਲੀਡਰ ਹੈ ਜਿਹਦੀ ਸਟੇਟਮੈਂਟ ਹੈ, ਮੈਂ ਨਾਂ ਨਹੀਂ ਲੈਂਦਾ ਅੱਜ। ਜੇ ਤੁਹਾਡੀ ਪਰਸੈਪਸ਼ਨ ਹੁਣ ਤੱਕ ਉੱਥੇ ਹੀ ਖੜੀ ਹੈ ਕਿ ਪਾਰਟੀ ਠੀਕ ਹੈ, ਪਾਰਟੀ ਦਾ ਨੁਕਸਾਨ ਨਹੀਂ ਹੋਇਆ ਕੋਈ ਵੀ ਓਵਰ ਦੀ ਈਅਰਸ,
ਤੇ ਇਹਦਾ ਮਤਲਬ ਹੈ ਕਿ ਹੁਣ ਤੱਕ ਅੰਦਰ ਝਾਤ ਹੀ ਨਹੀਂ ਮਾਰੀ ਗਈ ਕਿ ਜਿਹੜਾ ਜੋ ਕੁਝ ਹੋ ਰਿਹਾ ਹੈ ਪਾਰਟੀ ਦੇ ਨਾਲ ਜਾਂ ਹੋ ਚੁੱਕਿਆ ਹੈ ਉਹਦੇ ਕਾਰਨ ਕੀ ਹੈ। ਜੇ ਝਾਤ ਨਹੀਂ ਮਾਰਨੀ ਤੇ ਫਿਰ ਉਹ ਜਿਹੜੇ ਨੁਕਸ ਪਏ ਹੋਏ ਆ ਉਹ ਠੀਕ ਕਰਨ ਦੇ ਵੱਲ ਕੋਈ ਕਦਮ ਹੀ ਨਹੀਂ ਉੱਠਦੇ ਹੁੰਦੇ। ਤੇ ਉਹਦਾ ਰਿਜ਼ਲਟ ਇਹ ਹੈ ਕਿ ਜੋ ਕੁਛ ਅੰਮ੍ਰਿਤਸਰ ਦੇ ਵਿੱਚ ਇਹ ਲੋਕ ਛੱਡ ਰਹੇ ਆ। ਹੁਣ ਜਿਹੜੀਆਂ ਇਹਨਾਂ ਨੇ ਕੱਲ ਲੋਕ ਸਭਾ ਦੀਆਂ ਅਨਾਉਂਸਮੈਂਟ ਕੀਤੀਆਂ, ਇੰਚਾਰਜ ਬਣਾਏ, ਉਹ ਤਾਂ ਕਲੀਅਰ, ਤੁਸੀਂ ਜੇ ਆਪਣੇ ਰਿਸ਼ਤੇਦਾਰ ਹੀ ਲੈ ਕੇ ਆਉਣੇ ਪਾਰਟੀ 'ਚ ਫਿਰ ਉੱਥੇ ਹੀ ਗੱਲ ਖੜੀ ਹੈ ਕਿ ਆਪਣੇ ਟੱਬਰ ਐਡਜਸਟ ਕਰ ਲਓ, ਬਾਕੀ ਸਾਰਿਆਂ ਨੇ ਐਡਜਸਟ ਕਰ ਲਓ। ਗੱਲ ਤਾਂ ਉੱਥੇ ਖੜੀ ਹੈ। ਕੋਈ ਹੁਣ ਤੱਕ ਪਾਰਟੀ ਦੇ ਵਿੱਚ ਸੋਚ ਬਣੀ ਹੀ ਨਹੀਂ ਕਿ ਨਵੇਂ ਢੰਗ ਨਾਲ ਕਿਵੇਂ ਸੋਚਣਾ, ਨਵੀਂ ਸਟ੍ਰੈਟਜੀ ਕੀ ਬਣਾਉਣੀ ਹੈ, ਤੇ ਜਿਹੜੀਆਂ ਗਲਤੀਆਂ ਕੀਤੀਆਂ ਕਿ ਉਹਦੀ ਮਾਫੀ ਮੰਗਣੀ ਹੈ ਕਿ ਨਹੀਂ, ਕਿ ਉਹਨੂੰ ਜ਼ਿਕਰ ਕਰਨਾ ਹੈ ਕਿ ਨਹੀਂ। ਜਦ ਤੱਕ ਉਹ ਸਾਰਾ ਕਰੈਕਟਿਵ ਨਹੀਂ ਹੁੰਦਾ, ਮੇਰੇ ਖਿਆਲ ਦੇ ਵਿੱਚ ਸਿਚੁਏਸ਼ਨ ਇਹ ਟੁੱਟ ਭੱਜ ਪਾਰਟੀ 'ਚ ਹੋਈ ਜਾਣੀ। ਸਰਦਾਰ ਹਰਮੀਤ ਸਿੰਘ ਜੀ, ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਇਹ ਰਿਪੋਰਟ ਵੀ ਕਰ ਰਹੇ ਸੀ ਔਰ ਲਗਾਤਾਰ ਅੰਦਰ ਦੇਖ ਵੀ ਰਹੇ ਸੀਗੇ ਬੀਬੀਆਂ ਵਾਲਾ ਮਾਮਲਾ, ਉਸ ਤੋਂ ਪਹਿਲਾਂ ਝੁੰਦਾ ਕਮੇਟੀ ਤੋਂ ਬਾਅਦ ਅੰਦਰ ਦੀ ਚੱਕ ਥੱਲ, ਹੁਣ ਵੀ ਕਈ ਲੀਡਰ ਆਪਸ ਵਿੱਚ ਸਲਾਹ ਮਸ਼ਵਰੇ ਵਿੱਚ ਲੱਗੇ ਰਹਿੰਦੇ ਆ। ਤਾਂ ਅੱਜ ਦੀ ਜਿਹੜੀ ਇਹ ਨਵੀਂ ਡਿਵੈਲਪਮੈਂਟ ਆ, ਇਹ ਕਈਆਂ ਨੂੰ ਹੋਰ ਵੀ ਉਕਸਾਊਗੀ। ਇਹ ਜਿਹੜੀ ਪਾਰਟੀ ਦੇ ਅੰਦਰ ਦੀ ਬੇਚੈਨੀ ਆ ਉਹਨੂੰ ਰਾਹ ਦਿਖਾਊਗੀ। ਨਹੀਂ, ਇਹਦਾ ਮਤਲਬ ਇਹ ਹੈ ਕਿ ਜਿਹੜੇ ਪਹਿਲਾਂ ਹੀ ਨਿਰਾਸ਼ ਵਰਕਰ ਨੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਜੇ ਕੋਈ ਜਿਹੜਾ ਵੀ ਚਲਾ ਜਾਂਦਾ, ਜੇ ਉਹਦੀ ਵੀ ਕੋਈ ਸੁਣਵਾਈ ਨਹੀਂ ਤਾਂ ਸਾਡੇ ਪਹਿਲਾਂ ਵੀ ਅੰਦਰ ਬੈਠੇ ਕੋਈ ਸੁਣਵਾਈ ਨਹੀਂ ਹੈ। ਔਰ ਚਿੰਤਾ 'ਚ ਨਹੀਂ ਹੈ ਪਾਰਟੀ ਲੀਡਰਸ਼ਿਪ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਨੂੰ ਰੱਖੋ। ਪਾਰਟੀ ਕੇਡਰ ਐਵੇਂ ਖੜਾ ਨਹੀਂ ਹੁੰਦਾ, ਉਹ ਬਹੁਤ ਜ਼ਿਆਦਾ ਪਾਲਣਾ ਪੈਂਦਾ ਤੇ ਬਹੁਤ ਨੇੜੇ ਤੋਂ ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਦੇ ਬਾਕੀ ਹਿੱਤ ਉਹਨਾਂ ਨੂੰ ਡੀਲ ਕਰਨਾ ਪੈਂਦਾ ਨਾ, ਤਾਂ ਪਾਰਟੀਆਂ ਖੜਦੀਆਂ ਨੇ ਕਿਤੇ ਜਾ ਕੇ। ਜੇ ਕੋਈ ਵੀ ਇਹ ਕਹੇ ਦੇ ਵੀ ਚਲੇ ਜਾਓ ਜਿੱਥੇ ਮਰਜੀ, ਮੈਂ ਤਾਂ ਬਹੁਤ ਆ ਜਾਂ ਮੇਰੇ ਤਾਂ ਪ੍ਰਭਾਵ ਵੀ ਬਹੁਤ ਹੈ, ਮੇਰੇ ਤੋਂ ਬਿਨਾਂ ਹੋ ਨਹੀਂ ਸਕਣਾ, ਇਹ ਤਾਂ ਵੱਡੇ ਵੱਡੇ ਬਾਦਸ਼ਾਹ ਤਾਂ ਚਲੀਆਂ ਗਈਆਂ ਲੋਕਾਂ ਦੀਆਂ ਇਹਨਾਂ ਚੱਕਰਾਂ ਦੇ ਵਿੱਚ। ਇਕੱਲੀ ਪਾਰਟੀ ਤਾਂ ਕੀ ਹੁੰਦੀ ਹੈ ਉਸ ਮਾਮਲੇ 'ਚ। ਇਸੇ ਕਰਕੇ ਜੇ ਤੁਸੀਂ ਟ੍ਰੈਂਡ ਦੇਖੋ, ਜਦੋਂ ਤੋਂ ਲੈ ਕੇ ਜਿਹਨੇ ਵੀ ਮਾੜਾ ਜਿਹਾ ਸ਼ੁਰੂ ਕੀਤਾ, ਕਦੇ ਪਹਿਲੀ ਗੱਲ ਤਾਂ ਟ੍ਰੈਂਡ ਉਦੋਂ ਤੋਂ ਚੱਲਿਆ, ਸੁਖਦੇਵ ਸਿੰਘ ਢੀਂਡਸਾ ਹੋਣੀ ਤੇ ਪਹਿਲਾਂ ਬ੍ਰਹਮਪੁਰਾ ਹੋਣੀ, ਵੀ ਫਿਰ ਕੁਦਰਤੀ ਬ੍ਰਹਮਪੁਰਾ ਹੋਣੀ ਚਲੋ ਬਾਅਦ ਦੇ ਵਿੱਚ ਨਹੀਂ ਚੱਲ ਪਾਇਆ ਉਸ ਲੈਵਲ ਦਾ, ਵਾਪਸ ਆ ਗਏ। ਸੇਖਵਾਂ ਪਰਿਵਾਰ ਆਮ ਆਦਮੀ ਪਾਰਟੀ ਚਲਾ ਗਿਆ, ਡਿਫਰੈਂਟ ਟਾਈਪ ਦੇ ਬੰਦੇ ਇਧਰੋਂ। ਟੌੜਾ ਦਾ ਗਰੁੱਪ ਜਿੰਨੇ ਵੀ ਸੀਗੇ, ਹਰਮੇਲ ਸਿੰਘ ਟੌੜਾ ਤੋਂ ਲੈ ਕੇ ਵੱਖ-ਵੱਖ, ਉਹ ਵੀ ਕਦੇ ਆਪ ਚ ਵਾਗੇ, ਕਦੇ ਉਧਰ ਅਲੱਗ-ਅਲੱਗ ਗਰੁੱਪ ਚਲੇ ਗਏ। ਤੁਸੀਂ ਕਿਸੇ ਨੂੰ ਇਹ ਨਹੀਂ ਕਿਹਾ ਵੀ ਗਰੁੱਪ ਚਾਹੇ ਟੌੜਾ ਸਾਹਿਬ ਵੇਲੇ ਸੀ, ਪਰ ਆਪਾਂ ਕਿਸੇ ਢੰਗ ਨਾਲ ਆਪਾਂ ਇਕੱਠੇ ਰਹਿਣਾ। ਅਕਾਲੀ ਦਲ ਤਾਂ ਇਕੱਠਾ ਹੈ, ਕੁਛ ਕਰਨਾ ਉਸ। ਫਿਰ ਕਰਨੈਲ ਸਿੰਘ ਪੰਜੋਲੀ ਹੈ, ਉਹਨੂੰ ਤੁਸੀਂ ਕੱਢਤਾ। ਫਿਰ ਬੀਬੀ ਜਗੀਰ ਕੌਰ ਕਹਿੰਦੀ ਹੈ ਐਸਜੀਪੀਸੀ ਚ ਇਸ ਢੰਗ ਨਾਲ ਕਰ ਲਓ, ਕੁਛ ਪਰਚੀ ਚੋਂ ਨਾ ਕੱਢੋ, ਤੇ ਉਹਨੂੰ ਵੀ ਕੱਢਤਾ। ਠੀਕ ਹੈ ਜੀ, ਤੁਸੀਂ ਬਾਹਰ ਚੱਲੋ। ਫਿਰ ਸਾਰੀਆਂ ਬੀਬੀਆਂ ਮਿਲ ਕੇ ਰੌਲਾ ਪਾਉਂਦੀਆਂ ਨੇ ਤੇ ਉਹਨਾਂ ਦੀ ਵੀ ਨਹੀਂ ਸੁਣੀ, ਤੇ ਉਹਨਾਂ ਨੂੰ ਵੀ ਕਹਿੰਦੇ ਚੁੱਪ ਕਰ ਗਿਆ, ਬਸ ਸਿਸਟਮ ਵੀ ਆਪ ਹੀ ਹੋ ਜਾਊਗਾ ਜੋ ਹੋ ਜਾਊਗਾ। ਉਸ ਤੋਂ ਬਾਅਦ ਫਿਰ ਝੁੰਦਾ ਕਮੇਟੀ ਦੀ ਰਿਪੋਰਟ 'ਚ ਗੜਬੜ, ਕੱਲਾ ਬੰਦੇ ਨੇ ਜਿਹਨੇ ਜਾ ਕੇ ਕਿਹਾ ਕਿ ਇਹਨੂੰ ਮੰਨ ਲਓ, ਉਹ 'ਚੋਂ ਹੁਣ ਪੈਸਾ ਬੈਠੇ ਬੰਦੇ ਨੇ ਕਈ ਵਾਰ ਬਾਅਦ ਦੇ ਵਿੱਚ ਵੀ ਆਪਣੀ ਬੇਚੈਨੀ ਸਾਬਤ ਕਰ ਚੁੱਕੇ ਨੇ। ਜਿਹੜੇ ਗੁਰਪ੍ਰਤਾਪ ਬਡਾਲਾ ਕਰ ਚੁੱਕੇ ਨੇ, ਮਨਪ੍ਰੀਤ ਇਆਲੀ ਕਰ ਚੁੱਕੇ ਨੇ। ਵਿਧਾਨ ਸਭਾ 'ਚ 2 ਵਾਰ ਅਕਾਲੀ ਦਲ ਦੇ ਸਟੈਂਡ ਦੇ ਖਿਲਾਫ ਵੀ ਇੱਕ ਲੈਵਲ ਦਾ ਉਹ ਖੜ ਕੇ ਗੱਲ ਕਰ ਚੁੱਕੇ ਨੇ ਉਸ ਪੱਧਰ ਦੇ ਉੱਤੇ। ਤੇ ਤੁਹਾਡੀ ਕੋਈ ਗੱਲ ਨਹੀਂ, ਮਤਲਬ ਕਿੰਨੇ ਲੀਡਰ, ਕਿੰਨਾ ਕੁ ਬੰਦੇ ਕੋਲ ਕੇਡਰ ਹੁੰਦਾ, ਆਫਟਰ ਆਲ ਇਹ ਟੋਟਲ ਲੀਡਰਸ਼ਿਪ ਹੁੰਦੀ ਹੈ ਨਾ ਤੁਹਾਡੀ, ਜਿਹੜੀ ਕਿਸੇ ਨਾ ਕਿਸੇ ਰੂਪ 'ਚ ਕੰਮ ਕਰਦੀ ਹੈ। ਜਦੋਂ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ, ਜਦ ਉਹਨਾਂ ਨੂੰ ਇਕੱਠੇ ਕਰਕੇ ਕੋਈ ਮੀਟਿੰਗ, ਕੋਈ ਗੱਲ, ਉਹਨਾਂ ਦੇ ਗਿਲੇ ਸਿਕਵੇ ਕੀ ਨੇ, ਜਿਹੜੀਆਂ ਉਹ ਗੱਲਾਂ ਕਹਿੰਦੇ ਨੇ ਆ ਬਦਲੋ, ਤੁਸੀਂ ਉਹ ਬਦਲਣ ਲਈ ਤਿਆਰ ਨਹੀਂ ਹੋ, ਫਿਰ ਤਾਂ ਪਾਰਟੀ ਨੇ ਟੁੱਟਣਾ, ਪਾਰਟੀ ਨੇ ਜਾਣਾ ਹੀ ਹੈ। ਫਿਰ ਉਹ ਜਿਹੇ ਗਰੁੱਪ ਬਣ ਗਏ। ਕੋਈ ਗਰੁੱਪ ਬਣਾਉਣ ਦੀ ਸਮਰੱਥਾ 'ਚ ਉਹ ਮਾੜਾ ਜਿਹਾ ਗਰੁੱਪ ਬਣਾ ਲੈਂਦਾ, ਕੋਈ ਪੈਸਾ ਹੋਣ ਦੀ ਸਮਰੱਥਾ 'ਚ ਉਹ ਪੈਸਾ ਹੋ ਜਾਂਦਾ, ਕੋਈ ਦੂਜੀ ਪਾਰਟੀ ਲਾਲਚ ਦੇ ਦੂਗੀ ਮਾੜੀ ਜੀ, ਕੋਈ ਦੂਜੀ ਪਾਰਟੀ ਚਲਾ ਜਾਊਗਾ। ਹੋਰ ਤਾਂ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਜੀ। ਮੈਂ ਕੰਡੀਸ਼ਨ ਕਰਦਿਆਂ ਜੀ, ਪਹਿਲਾਂ ਜਦੋਂ ਪਾਰਟੀ ਦੇ ਵਿੱਚ ਇਸ ਤਰ੍ਹਾਂ ਟੁੱਟ ਭੱਜ ਹੁੰਦੀ ਸੀਗੀ, ਉਹ ਨਾਰਮਲੀ ਇਹ ਰਿਹਾ ਕਿ ਲੀਡਰਸ਼ਿਪ ਜਿਹੜੀ ਡੋਮੀਨੈਂਟ ਹੁੰਦੀ ਸੀ ਉਹ ਬਹੁਤ ਸਟਰੋਂਗ ਹੁੰਦੀ ਸੀ। ਬਾਦਲ ਸਾਹਿਬ ਦੇ ਅਗੇਂਸਟ ਜਦੋਂ ਵੀ ਰੌਲਾ ਪਿਆ, ਮਸਲਨ 79-80 ਬਾਦਲ ਸਾਹਿਬ ਸੀਐਮ ਸੀਗੇ, ਤਾਂ ਉਹਨਾਂ ਦੇ ਖਿਲਾਫ ਜਿਹੜਾ ਗਰੁੱਪ ਬਣਦਾ ਸੀ ਨਾ, ਉਹ ਰਹਿ ਜਾਂਦਾ ਸੀ, ਐਕਸਪੈਂਡ ਨਹੀਂ ਸੀ ਕਰਦਾ। ਗੁਰਚਰਨ ਸਿੰਘ ਟੌੜਾ ਨੇ ਜਦੋਂ ਲਾਸਟ ਸੰਨ 1999 ਉਦੋਂ ਬਾਦਲ ਸਾਹਿਬ ਪ੍ਰਧਾਨ ਵੀ ਸੀ ਅਕਾਲੀ ਦਲ ਦੇ, ਸੀਐਮ ਵੀ ਸੀ, ਸਾਰੀ ਪਾਵਰ ਇਹਨਾਂ ਦੇ ਹੱਥਾਂ 'ਚ ਸੀਗੀ। ਉਸ ਤੋਂ ਬਾਅਦ ਵੀ ਟੌੜਾ ਸਾਹਿਬ ਨੇ ਡਟ ਕੇ ਲੜਾਈ ਲੜੀ। ਹੁਣ ਸਿਚੁਏਸ਼ਨ ਬਦਲ ਚੁੱਕੀ ਹੈ, ਹੁਣ ਪਾਰਟੀ ਸਭ ਤੋਂ ਵੀਕੈਸਟ ਹੈ। ਹੁਣ ਜੇ ਇਹ ਕੋਈ ਲੀਡਰ
ਇਨੀਸ਼ੀਏਟਿਵ ਲਵੇਗਾ ਤੇ ਹੁਣ ਸਿਚੁਏਸ਼ਨ ਵੱਖਰੀ ਹੋਏਗੀ। ਉਹ ਪਰਸੈਪਸ਼ਨ ਇਹੀ ਬਣੀ ਹੋਈ ਹੈ ਕਿ ਜਿਹੜਾ ਵੀ ਪਾਰਟੀ ਦਾ ਬਾਹਰ ਜਾਂਦਾ ਹੈ ਉਹ ਕਾਮਯਾਬ ਨਹੀਂ ਹੁੰਦਾ। ਕਾਮਯਾਬ ਨਾ ਹੋਣ ਦੇ ਕਾਰਨ ਇਹ ਸੀਗੇ ਕਿ ਉਸ ਵੇਲੇ ਜਿਹਦੇ ਖਿਲਾਫ ਬਗਾਵਤ ਹੁੰਦੀ ਸੀਗੀ ਉਹ ਲੀਡਰ ਪੂਰੀ ਤਰ੍ਹਾਂ ਉਹਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਸੀ, ਉਸ ਵੇਲੇ ਸਾਰੀ ਪਾਵਰ ਉਹਦੇ ਕੋਲ ਹੁੰਦੀ ਸੀ। ਇਸ ਵੇਲੇ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਉਹ ਨਾ ਤਾਂ ਅਲਾਇੰਸ ਦੇ ਵਿੱਚ ਹੈ ਕਿਤੇ, ਔਰ ਪਾਰਟੀ ਵੀਕੈਸਟ MLA 3 ਹੈਗੇ ਆ। ਸੋ ਸਿਚੁਏਸ਼ਨ ਇਸ ਵੇਲੇ ਬਿਲਕੁਲ ਹੋਰ ਤਰ੍ਹਾਂ ਦੀ ਹੈ। ਇਹ ਇਸ਼ੂ ਸਿਰਫ ਇੰਨਾ ਹੈ ਕਿ ਹੁਣ ਇਨੀਸ਼ੀਏਟਿਵ ਕੌਣ ਲੈਂਦਾ ਜੀ। ਸਰਦਾਰ ਹਰਮੀਤ ਸਿੰਘ ਜੀ, ਬਹੁਤ ਸੰਖੇਪ ਚ ਲਾਸਟ ਵਿੱਚ ਲੈਨੇ ਆ। ਮਾਮਲਾ ਤੇ ਬੜਾ ਅਹਿਮ ਸੀ ਕਿਉਂਕਿ ਵਿੱਚ ਖਬਰ ਆ ਗਈ ਤੇ ਅਸੀਂ ਉਧਰ ਸਮਾਂ ਕਾਫੀ ਲਾ ਗਏ। ਪਰਵਿੰਦਰ ਸਿੰਘ ਝੋਟੇ ਦੀ ਰਿਹਾਈ ਹੁਣ ਤੱਕ ਲਗਭਗ ਹੋ ਚੁੱਕੀ ਹੋਏਗੀ ਜਦੋਂ ਅਸੀਂ ਇਹ ਰਿਕਾਰਡ ਕਰ ਰਹੇ ਹਾਂ। ਜਦੋਂ ਇਹ ਪ੍ਰੋਗਰਾਮ ਤੁਹਾਡੇ ਹੱਥਾਂ 'ਚ ਹੋਊਗਾ ਦੋਸਤੋ, ਤਾਂ ਉਹ ਮਾਮਲੇ ਸਾਰੇ ਦੇ ਸਾਰੇ ਵਾਪਸ ਹੋ ਗਏ, ਜਾਂ ਜਿਨ੍ਹਾਂ ਨੇ ਕੰਪਲੇਂਟਸ ਕੀਤੀਆਂ ਸੀ ਉਹ ਖਤਮ ਹੋ ਗਈਆਂ। ਪੁਲਿਸ ਜਦੋਂ ਚਾਹੇ ਪਰਚਾ ਦਰਜ ਕਰਦੇ, ਜਦੋਂ ਚਾਹੇ ਵਾਪਸ ਲੈ ਲੇ। ਤਾਂ ਮਤਲਬ ਤਾਂ ਇਹੀ ਹੋਇਆ। ਜੇਕਰ ਕੋਈ ਸਚਾਈ ਸੀ ਤਾਂ ਫਿਰ ਇਸ ਤਰ੍ਹਾਂ ਵਾਪਸੀ ਨਹੀਂ ਸੀ, ਤੇ ਜੇ ਕੋਈ ਵਾਪਸੀ ਹੋ ਰਹੀ ਹੈ ਤਾਂ ਮਤਲਬ ਸਚਾਈ ਨਹੀਂ ਸੀ। ਲੇਕਿਨ ਸਰਦਾਰ ਹਰਮੀਤ ਸਿੰਘ ਜੀ, ਇਹ ਟ੍ਰੈਂਡ, ਇਹ ਤਰੀਕੇ, ਇਹ ਸੱਭਿਅਕ ਸਮਾਜ ਨੂੰ ਸੋਹੰਦੇ ਨਹੀਂ ਹੈ। ਇਹ ਕੋਈ ਕਾਰਨ ਨਹੀਂ ਕਿ ਕਿਸੇ SSP ਨੇ ਕਰਤਾ, ਮਗਰ ਕੋਈ ਪੋਲੀਟੀਕਲ ਵਿਲ ਹੋਊਗੀ, ਕਿਸੇ ਨਾ ਕਿਸੇ ਨੇ ਕਰਵਾਇਆ ਹੋਊਗਾ। ਇੰਜ ਸਿੱਧਾ ਪੁਲਿਸ ਕਰਦੀ ਨਹੀਂ, ਔਰ ਉਹ ਵੀ ਜਦੋਂ ਸਰਕਾਰ ਇਮਾਨਦਾਰੀ ਦਾ ਦਾਅਵਾ ਕਰਦੀ ਹੋਵੇ, ਕੁਝ ਗਲਤ ਨਾ ਹੋਣ ਦੇਣ ਦਾ ਦਾਅਵਾ ਕਰਦੀ ਹੋਵੇ, ਤੇ ਜੋ ਕੁਝ ਵੀ ਵਾਪਰਿਆ ਉਹਦੇ ਵਿੱਚ ਸਰਕਾਰ ਦੀ ਭੂਮਿਕਾ ਨੂੰ ਅੱਖੋਂ ਓਲੇ ਨਹੀਂ ਕੀਤਾ ਜਾ ਸਕਦਾ। ਇੱਕ ਵਾਰੀ ਫਿਰ ਸਰਕਾਰ ਨੇ ਅੱਜ ਯੂ ਟਰਨ ਲਿਆ, ਭਾਵੇਂ ਪੁਲਿਸ ਰਾਹੀਂ ਲਿਆ। ਮੈਂ ਇਹਦੇ ਤੇ ਤੁਹਾਡੀ ਟਿੱਪਣੀ ਚਾਹੁੰਦਾ ਲਾਸਟ ਵਿੱਚ। ਉਹਦਾ ਮਤਲਬ ਇਹ ਹੈ ਕਿ ਸਰਕਾਰ ਨੇ ਯੂ ਟਰਨ ਪਹਿਲੀ ਵਾਰ ਨਹੀਂ ਲਿਆ ਨਾ, ਡੇਢ ਸਾਲ ਅਜੇ ਹੋਇਆ ਨਹੀਂ, ਕਿੰਨੇ ਵਾਰ ਯੂ ਟਰਨ ਲੈ ਰਹੀ ਹੈ ਡਿਫਰੈਂਟ। ਜੀਰੇ ਮਾਮਲੇ 'ਚ ਯੂ ਟਰਨ ਲਿਆ, ਪਹਿਲਾਂ ਤੁਸੀਂ 20 ਲੱਖ ਰੁਪਇਆ ਵੀ ਕੋਰਟ 'ਚ ਜਮ੍ਹਾਂ ਕਰਾਇਆ, ਉਹਦੇ ਪੂਰਾ ਖੜੇ ਸੀ, ਕਿਸੇ ਨੂੰ ਇਜਾਜ਼ਤ ਨਹੀਂ ਹੈ ਤਾਂ ਫੈਕਟਰੀਆਂ ਨਹੀਂ ਆਉਣੀਆਂ। ਮੱਤੇਵਾੜਾ 'ਚ ਤੁਸੀਂ ਯੂ ਟਰਨ ਲਿਆ, ਪੰਚਾਇਤ ਇਲੈਕਸ਼ਨ 'ਚ ਤੁਸੀਂ ਯੂ ਟਰਨ ਲਿਆ। ਕਿੰਨੇ ਇਹੋ ਜਿਹੇ ਮਾਮਲੇ ਜਿਹੜੇ ਬਾਕੀ ਨੇ ਫੜ ਕੇ ਛੱਡੇ ਤੇ ਉਹਨਾਂ 'ਚ ਯੂ ਟਰਨ ਲਿਆ ਕਿੰਨੇ ਵਾਰੀ ਤੁਸੀਂ। ਔਰ ਈਵਨ ਅਮਰਤਪਾਲ ਵਾਲੇ ਦੇ ਵਿੱਚ ਜਦੋਂ ਥਾਣੇ ਵਾਲਾ ਜਿੰਨਾ ਚਿਰ ਕੇਸ ਸੀ ਉਹ ਬਲਾਨਕ ਬਣਾ ਕੇ ਉਦੋਂ ਬਾਅਦ ਤੁਸੀਂ ਉੱਥੇ ਭੇਜ ਦਿਓ ਡਿਬਰੂਗੜ੍ਹ, ਉਹ ਇੱਕ ਅਲੱਗ ਕੁਐਸਚਨ ਹੈ, ਇੱਕ ਅਲੱਗ ਡਿਜ਼ਾਈਨ ਹੋ ਸਕਦਾ ਹੋਮ ਮਿਨਿਸਟਰੀ ਨਾਲ ਰਲ ਕੇ। ਪਰ ਇਦੋਂ ਪਹਿਲਾਂ ਥਾਣੇ ਤੱਕ ਤਾਂ ਤੁਸੀਂ ਯੂ ਟਰਨ ਲਿਆ ਨਾ, ਸਾਰੇ ਕੇਸ ਵਾਪਸ ਲਵਾਂਗੇ, ਲੈ ਲੈ, ਛੱਡ ਵੀ ਦਿੱਤਾ ਬੰਦਾ ਜਿਹੜਾ ਫੜਿਆ ਹੋਇਆ ਸੀ ਉਹਨਾਂ ਦਾ, ਪਹਿਲਾਂ ਫੜਿਆ ਬੰਦਾ ਤੇ ਉਦੋਂ ਬਾਅਦ ਤੁਹਾਨੂੰ ਛੱਡਣਾ ਪਿਆ। ਤੇ ਉਸੇ ਮਾਮਲੇ ਦੇ ਵਿੱਚ ਸਾਰੇ ਬੰਦੇ ਤੁਸੀਂ ਇਸ ਪੱਧਰ ਦੇ ਉੱਤੇ ਕੀ ਕਰ ਰਹੇ ਹੋ ਜਿਹੜੀਆਂ ਚੀਜ਼ਾਂ ਨੇ। ਤਾਂ ਕੀ ਇਹ ਪੁਲਿਸ ਆਪਦੇ ਆਪ 'ਚ ਕਰ ਰਹੀ ਹੈ? ਜੇ ਪੁਲਿਸ ਆਪਦੇ ਆਪ 'ਚ ਕਰ ਰਹੀ ਹੈ ਤਾਂ ਬਾਕੀ ਤਾਂ ਪੋਲੀਟੀਕਲ ਮਾਮਲੇ ਸੀ, ਉਹ ਤਾਂ ਪੁਲਿਸ ਦੇ ਮਾਮਲੇ ਨਹੀਂ ਸੀ। ਜੇ ਪੁਲਿਸ ਆਪਦੇ ਆਪ ਕਰ ਰਹੀ ਹੈ, ਤੁਹਾਡੀ ਰਿਟ ਕਿੱਥੇ ਹੈ? ਤਾਂ ਵੀ ਤੁਸੀਂ ਗਵਰਨਮੈਂਟ ਦਾ ਸੈਟਅਪ ਇਹਦਾ ਮਤਲਬ ਸੰਭਾਲ ਨਹੀਂ ਪਾ ਰਹੇ। ਜੇ ਤੁਹਾਡੀ ਰਾਏ ਨਾਲ ਕਰ ਰਹੀ ਹੈ ਤਾਂ ਤੁਸੀਂ ਡਿਸੀਜਨ ਕਿਹੋ ਜਿਹਾ ਲੈ ਰਹੇ ਹੋ? ਇਹ ਦੋ ਚੀਜ਼ਾਂ 'ਚ ਤਾਂ ਤੁਹਾਨੂੰ ਮੰਤਵ ਤਾਂ ਪੋਲੀਟੀਕਲ ਲੀਡਰਸ਼ਿਪ ਨੂੰ ਹੀ ਕਰਨਾ ਪਊਗਾ ਨਾ। ਅਲਟੀਮੇਟ ਜਵਾਬ ਦੇ ਤਾਂ ਉਹ ਹੈ, ਲੋਕਾਂ ਦੀ ਚੁਣੀ ਹੋਈ ਗੱਲ ਉਹਦੇ ਨਾਲ ਹੈ। ਹੁਣ ਪਰਮਿੰਦਰ ਝੋਟੇ ਦਾ ਮਾਮਲਾ ਹੈ, ਪਹਿਲੇ ਦਿਨ ਤੋਂ ਬੰਦੇ ਕਹਿ ਰਹੇ ਨੇ, ਅੱਜ ਕੱਲ ਕਈ ਪੁਲਿਸ ਵਾਲੇ ਵੀ ਕਹਿੰਦੇ ਨੇ ਜਿਹੜੇ ਸੀਨੀਅਰ ਨੇ ਵੀ ਇਹ ਕੋਈ ਗੱਲ ਹੀ ਨਹੀਂ ਸੀ। ਜਦੋਂ ਬੰਦੇ ਕਹਿੰਦੇ ਸੀ ਜੇ ਤੁਹਾਨੂੰ ਚਾਹੀਦਾ ਵੀ ਹੈ ਤੁਸੀਂ 5 ਵਜੇ ਕਿਉਂ ਆ ਗਏ, ਅਸੀਂ 8-9 ਵਜੇ ਆਪ ਪੇਸ਼ ਕਰ ਦਾਂਗੇ ਜਾ ਕੇ ਤੁਹਾਡੇ, ਉਦੋਂ ਤੁਸੀਂ ਉਹ ਵੀ ਨਹੀਂ ਮੰਨੀ। ਮਤਲਬ ਚੱਕ ਕੇ ਜੇ ਜਿਵੇਂ ਉਹ ਭੱਜੂਗਾ ਕਿਧਰੇ, ਪਤਾ ਨਹੀਂ ਵਿਦੇਸ਼ ਦੌੜ ਜੂਗਾ, ਉਹ ਸਾਰਾ ਕੁਝ ਕਰਕੇ ਚੱਕ ਲਿਆਂਦਾ। ਲੋਕਾਂ ਨੂੰ ਤੁਸੀਂ ਬਹੁਤ ਹੱਦ ਤੱਕ ਡਾਇਰੈਕਟਲੀ ਨਾਰਾਜ਼ ਕੀਤਾ ਇਸ ਆਪਣੇ ਐਕਸ਼ਨ ਨਾਲ। ਫਿਰ ਵੱਡੇ ਇਕੱਠ ਸ਼ੁਰੂ ਹੋ ਗਏ, ਕੱਲਾ ਉੱਥੇ ਇਕੱਠ ਨਹੀਂ ਸ਼ੁਰੂ ਹੋਏ, ਮਾਲਵੇ ਦੇ ਤਾਂ ਕਿੰਨੇ ਪਿੰਡਾਂ 'ਚ ਕਮੇਟੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਉਹ ਬਣਨਾ। ਫਿਰ ਪੁਲਿਸ ਨੇ ਇੱਕ ਬੀਬੀ ਤੋਂ ਜਾਲੀ ਲਿਖਵਾ ਕੇ ਲੈ ਲਿਆ, ਮੇਰੇ ਨਾਲ ਐ ਬਦਤਮੀਜੀ, ਉਹ ਬੀਬੀ ਮੁੱਕਰ ਜਾਂਦੀ ਹੈ ਮੂਵਮੈਂਟ ਤੋਂ ਬਾਅਦ ਕਿ ਨਹੀਂ ਜੀ ਮੈਨੂੰ ਤਾਂ ਪੁਲਿਸ ਨੇ ਜਾਲੀ ਲਿਖਾਇਆ। ਹੁਣ ਜਾਲੀ ਪੜਨ ਨਾਲ ਕਿੰਨਾ ਕੁਛ ਹੋਏਗਾ ਇਹ ਕੰਮ। ਹੁਣ ਤਾਜੀ ਗੱਲ ਇਹ ਹੈ ਵੀ ਝੋਟਾ ਤਾਂ ਤੂੰ ਛੱਡਤਾ, ਔਰ ਇਹ ਮਾਮਲਾ ਆ ਗਿਆ ਸਾਡੇ ਸਾਹਮਣੇ, ਸਧਾਣੇ ਪਿੰਡ 'ਚ ਬੰਦਾ ਮਰ ਗਿਆ, ਉਦੋਂ ਪਹਿਲਾਂ ਸਾਦਕ ਪਿੰਡ 'ਚ ਬੰਦਾ ਮਰ ਗਿਆ। ਤੇ ਲੋਕ ਹੁਣ ਇਹ ਕਹਿੰਦੇ ਨੇ, ਉਹ ਕਹਿੰਦੇ ਸਾਨੂੰ ਪੁਲਿਸ ਇਹ ਕਹਿ ਰਹੀ ਹੈ ਕਿ ਤੁਸੀਂ ਪਹਿਰੇ ਤਾਂ ਲਾਓ ਜੀ ਸਦਕੇ। ਉਹਨਾਂ ਤੋਂ ਡਿਮਾਂਡ ਵੀ ਕਰ ਰਹੀ ਹੈ ਕਿ ਚੰਗੀ ਗੱਲ ਹੈ ਤੁਸੀਂ ਸੁਰੱਖਿਆ ਕਰ ਰਹੇ ਹੋ, ਤੁਸੀਂ ਚੈੱਕ ਨਹੀਂ ਕਰ ਸਕਦੇ ਕਿਸੇ ਨੂੰ। ਉਹ ਕਹਿੰਦੇ ਫਿਰ ਪਹਿਰੇ ਕਾਹਦੇ ਲਾਈਏ, ਤਾਂ ਕਮੇਟੀਆਂ ਕਾਹਦੀਆਂ ਨੇ ਜੇ ਅਸੀਂ ਚੈੱਕ ਹੀ ਨਹੀਂ ਕਰ ਸਕਦੇ ਕਿਸੇ ਨੂੰ ਬੁਲਾ ਨਹੀਂ ਸਕਦੇ। ਔਰ ਦੂਜੀ ਗੱਲ, ਜਾਂ ਫਿਰ ਪੁਲਿਸ ਇਹ ਕਰੇ ਤੇ ਤੁਸੀਂ ਜਦ ਅਸੀਂ ਤੁਹਾਨੂੰ ਟੈਲੀਫੋਨ ਕਰਦੇ ਤੁਸੀਂ ਉੱਥੇ ਹਾਜ਼ਰ ਹੋਣੇ ਚਾਹੀਦੇ, ਤੁਸੀਂ ਚੈੱਕ ਕਰਿਆ ਕਰੋ ਆ ਕੇ, ਕੋਈ 2-2 ਚੁਕਾਈ ਲਾ ਲਓ। ਤੁਹਾਡੇ ਕੋਲ ਕੋਈ ਚੈਕਿੰਗ ਦਾ ਸਿਸਟਮ ਨਹੀਂ, ਸਾਡਾ ਚੈਕਿੰਗ ਵਾਲਾ ਤੁਹਾਨੂੰ ਨਹੀਂ ਠੀਕ ਲੱਗਦਾ, ਉਲਟਾ ਲੋਕਾਂ ਤੇ ਪਰਚੇ ਦਰਜ ਕਰਨ ਜਾ ਰਹੇ ਹੋ, ਤਾਂ ਇਹਦਾ ਮਤਲਬ ਲੋਕਾਂ ਦੇ ਨਾਲ ਜਿਹੜਾ ਇੱਕ ਸਹਿਯੋਗ ਹੁੰਦਾ ਹੈ ਪ੍ਰਸ਼ਾਸਨ ਦਾ, ਉਹ ਬਿਲਕੁਲ, ਤੇ ਇੱਕ ਪੋਲੀਟੀਕਲ ਲੀਡਰਸ਼ਿਪ ਦਾ, ਤੁਹਾਡੇ ਬੰਦੇ ਵੀ ਹੋਣਗੇ ਉੱਥੇ, ਵਰਕਰ ਵੀ ਹੋਣਗੇ, ਲੋਕਲ MLA ਵੀ ਸਾਰੇ ਤੁਹਾਡੇ ਨੇ ਨੇੜੇ ਤੇੜੇ, ਉਹ ਕਿੰਨਾ ਟੁੱਟ ਚੁੱਕਿਆ ਆਪਸ ਦੇ ਵਿੱਚ। ਇਹ ਟੁੱਟਿਆ ਹੋਇਆ ਕੰਮ ਨਾਲ ਤਾਂ ਗਵਰਨੈਂਸ ਨਹੀਂ ਚੱਲਦੀ ਨਾ। ਜੇ ਗਵਰਨੈਂਸ ਦਾ ਹਾਲ ਇਹ ਹੋ ਜਾਊਗਾ, ਲਾ ਐਂਡ ਆਰਡਰ ਦਾ ਹਾਲ ਇਹ ਹੋ ਜਾਊਗਾ
ਜਿਹੜੀ ਪ੍ਰਾਈਮ ਜ਼ਿੰਮੇਵਾਰੀ ਮੰਨੀ ਜਾਂਦੀ ਹੈ ਕਿਸੇ ਸਰਕਾਰ ਦੀ, ਫਿਰ ਤੁਸੀਂ ਲੱਖ ਇੱਥੇ ਲੋਕਾਂ ਨੂੰ ਭਾਸ਼ਣ ਸੁਣਾਈ ਜਾਓ, ਚੁਟਕਲੇ ਸੁਣਾਈ ਜਾਓ, ਤਾਂ ਸਟੇਟ ਤਾਂ ਨਹੀਂ ਨਾ ਚੱਲਦੀ। ਹੁਣ ਝੋਟਾ ਛੱਡਤਾ ਹੈ, ਆਹ 2 ਕਤਲ ਹੋ ਗਏ, ਨਸ਼ਾ ਤਾਂ ਉੱਥੇ ਦੇ ਉੱਥੇ ਖੜਾ ਹੈ ਨਾ, ਉਹਦੇ ਬਾਰੇ ਕੀ ਕਰ ਰਹੇ ਹੋ? ਉਹਦੇ ਬਾਰੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਿਵੇਂ ਲੜਿਆ ਜਾ ਸਕਦਾ ਤੁਹਾਡੇ ਨਾਲ? ਪਹਿਲਾਂ ਤਾਂ ਉਹਦੀ ਜਾਂਚ ਕਰਕੇ ਨਿਸ਼ਾਨਦੇਹੀਆਂ ਕਰਨੀਆਂ, ਫਿਰ ਲੋਕਾਂ ਤੋਂ ਸਹਿਯੋਗ। ਲੋਕ ਸਹਿਯੋਗ ਉਦੋਂ ਦੇਣਗੇ ਜਦੋਂ ਉਹਦੀ ਇੱਜ਼ਤ ਕਰਨਾ ਪ੍ਰਸ਼ਾਸਨ ਨੂੰ ਸਿਖਾਓਗੇ। ਉਹ ਪ੍ਰਸ਼ਾਸਨ ਇਹ ਕਹੂਗਾ ਕਿ ਤੁਹਾਡੇ ਬਿਨਾਂ ਸਾਡਾ ਕੰਮ ਨਹੀਂ ਚੱਲਦਾ। ਜੇ ਉਹ ਡੀਐਸਪੀ ਔਰ ਥਾਣੇਦਾਰੀ ਰੋਬ ਜਿਹੜਾ ਪਿੰਡਾਂ 'ਚ ਜਾ ਕੇ ਉਹੀ ਮਾਰਨਾ ਹੈ, ਤਾਂ ਪਿੰਡ ਦੇ ਲੋਕ ਕਿਵੇਂ ਦੇਣਗੇ? ਫਿਰ ਉਹ ਇੱਥੇ ਆ ਗਏ ਨੇ ਬੰਦੇ, ਉਹ ਕਹਿੰਦੇ ਅਸੀਂ ਬੱਚੇ ਨਹੀਂ ਮਰਾਉਣੇ। ਦੇਖੀ ਜੋ ਪੁਲਿਸ ਆਉਂਦੀ ਹੈ, ਡੀਐਸਪੀ ਜੋ ਮਰਜ਼ੀ ਕਹਿ ਗਿਆ, ਡੀਐਸਪੀ ਵੀ ਸਿਵਲ ਵਰਦੀ 'ਚ ਆ ਜਾਏ, ਅਸੀਂ ਉਹਦੀ ਵੀ ਉਹਨੂੰ ਚੈੱਕ ਕਰਾਂਗੇ। ਕਿਉਂ ਆ ਜਾਊਗਾ ਜੀ? ਕਿਸੇ ਮਾਮਲੇ ਸਾਨੂੰ ਚੈੱਕ ਕਰਨਾ ਰਾਈਟ ਹੈ। ਔਰ ਮੈਨੂੰ ਤਾਂ ਇਹ ਲੱਗਦਾ ਕਿ ਜੇ ਥੋੜਾ ਜਿਹਾ ਉਹ ਲੋਕ ਹੋਰ ਸਿਆਣੇ ਹੋ ਕੇ ਪੜ੍ਹਨ। ਪੱਥਲਬੱਡੀ ਇੱਕ ਮੂਵਮੈਂਟ ਚੱਲ ਰਹੀ ਹੈ ਉੜੀਸਾ ਦੇ ਵਿੱਚ, 23,000 ਪਿੰਡਾਂ ਦੇ ਵਿੱਚ ਬੋਰਡ ਲਾਏ ਹੋਏ ਨੇ ਸਾਰੇ ਪਾਸੇ ਕਿ ਅਸੀਂ ਕਿਸੇ ਪ੍ਰੈਜ਼ੀਡੈਂਟ ਨੂੰ ਨਹੀਂ ਜਾਣਦੇ, ਅਸੀਂ ਕਿਸੇ ਚੀਫ ਮਿਨਿਸਟਰ ਨੂੰ ਨਹੀਂ ਜਾਣਦੇ। ਸਾਡੀ ਜਿਹੜੀ ਤਾਕਤ ਹੈ, ਸਾਡੇ ਸੰਵਿਧਾਨ ਨੇ ਦਿੱਤੀ ਹੋਈ ਸੰਸਥਾ, ਉਹ ਗ੍ਰਾਮ ਸਭਾ ਹੈ। ਸਾਡੇ ਪਿੰਡ ਦੀ ਹਦੂਦ ਦੇ ਵਿੱਚ ਕੋਈ ਸਰਕਾਰੀ ਕਰਮਚਾਰੀ ਜਾਂ ਬਾਹਰਲਾ ਬੰਦਾ ਵੜਿਆ ਤਾਂ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ, ਤੇ ਜੇ ਆਇਆ ਆਪਦੀ ਹੋਣੀ ਦਾ ਆਪ ਮਾਲਕ ਹੋਏਗਾ। ਤੁਸੀਂ ਨਹੀਂ ਵੜ ਸਕਦੇ ਸਾਡੀ ਇਜਾਜ਼ਤ ਤੋਂ ਬਿਨਾਂ ਸਾਡੇ ਪਿੰਡ ਦੇ ਵਿੱਚ। ਤਾਂ ਕੱਲ ਨੂੰ ਫਿਰ ਉਹ ਕਨਸਟੀਟਿਊਸ਼ਨਲ ਅਥਾਰਟੀਆਂ ਨੇ, ਉਹ ਕੋਈ ਐ ਨਹੀਂ ਹੈ ਕਿ ਉਹ ਇਲੀਗਲ ਹੈ। ਤੇ ਕਹੇ ਸਾਡੇ ਲੋਕਾਂ ਦੀ ਜਾਗਰੂਕਤਾ ਪੰਜਾਬ 'ਚ ਗ੍ਰਾਮ ਸਭਾਵਾਂ ਬਾਰੇ ਤੇ ਉਹਦੇ ਐਕਟਾਂ ਬਾਰੇ ਨਹੀਂ ਹੈ ਓਡੀ, ਜਿਹੜੀ ਟ੍ਰਾਈਬਲ ਬੈਲਟ ਦੇ ਵਿੱਚ ਹੈ। ਜਦੋਂ ਉਹ ਸ਼ੁਰੂ ਹੋ ਗਈ ਉਸ ਪੱਧਰ ਦੇ ਉੱਤੇ, ਉਦੋਂ ਸ਼ਾਇਦ ਭਗਵੰਤ ਮਾਨ ਉਹਨਾਂ ਦੀ ਵੀ ਗੱਲ ਠੀਕ ਹੋ ਜੂ ਕਿ ਸਰਕਾਰ ਪਿੰਡਾਂ 'ਚੋਂ ਚੱਲਣੀ ਸ਼ੁਰੂ ਹੋ ਜੂਗੀ, ਸਰਕਾਰ ਇੱਥੇ ਚੱਲਿਆ ਕਰੇਗੀ। ਸ਼ਾਇਦ ਉਹਨਾਂ ਚਿਰ ਨਾ ਚੱਲੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ।